ਹੋਸ ਪਰਮਾਤਮਾ ਸ਼ਬਦ ਰੂਪ ਸਾਵਣ ਕਿਰਪਾਲ ਦੇ ਚਰਨਾਂ ਵਿੱਚ ਨਮਸਕਾਰ ਹੈ। ਕਰੋੜਾਂ ਵਾਰ ਗੁਰੂ ਨਾਨਕ ਨੇ ਆਪਣੇ ਗੁਰੂਦੇਵ ਅੱਗੇ ਅਰਦਾਸ ਕਰੀ ਕਿ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੂੰ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਾਡੇ ਦਿਲ ਦੇ ਵਿੱਚ ਆਮ ਖਿਆਲ ਉੱਠਦਾ ਹੈ ਕਿ ਵੀ ਭਗਤੀ ਕਰਨੀ ਕਿਹੜਾ ਮੁਸ਼ਕਿਲ ਹੈ। ਜਦੋਂ ਦਿਲ ਕੀਤਾ ਭਗਤੀ ਦੀ ਤਰਫ ਜਾ ਵੜੇ, ਲੇਕਿਨ ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਉਹਨਾਂ ਨੂੰ ਪਤਾ ਹੈ ਕਿ ਜਿਸ ਪਰਮਾਤਮਾ ਨੇ ਸੰਸਾਰ ਦੀ ਰਚਨਾ ਪੈਦਾ ਕੀਤੀ ਹੈ ਉਸ ਨੇ ਇਸ ਨੂੰ ਲਵਾਰਸ ਨਹੀਂ ਛੱਡ ਦਿੱਤਾਗਾ। ਉਹਨੇ ਬੜੇ ਨਿਯਮ ਬਣਾਏ ਆਪਣੇ, ਜਿਸ ਤਰ੍ਹਾਂ ਚੰਦਰਮਾ ਦਾ ਚੜ੍ਹਨਾ, ਸੂਰਜ ਦਾ, ਹਵਾ, ਪੌਣ ਵਗੈਰਾ ਜੋ ਵੀ ਚੱਲਦੀ ਹੈ ਉਹਦੀ ਤਬਦੀਲੀ ਕਰਨੀ, ਝੱਖੜ ਆਉਣੇ, ਵਕਤ ਦੇ ਉੱਤੇ ਮੌਤ ਪਦੈ ਸਭ ਚੀਜ਼ ਹੈ। ਗੁਰੂ ਨਾਨਕ ਨੇ ਕਿਹਾ ਅਸੀਂ ਮਰਜ਼ੀ ਨਾਲ ਨਾ ਮਰ ਸਕਦੇ ਹਾਂ ਨਾ ਜੀ ਸਕਦੇ ਹਾਂ, ਇਹ ਵੀ ਉਹਨੇ ਪਹਿਲਾਂ ਤੋਂ ਹੀ ਮੁਕੱਰਰ ਕੀਤਾ ਹੈ। ਇਸੇ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਅਸੀਂ ਰੋਜ਼ ਹੀ ਦੇਖਦੇ ਹਾਂ, ਨਾਲ ਵਾਪਰਦੀਆਂ ਵੀ ਹਨ। ਲੇਕਿਨ ਸੰਤਾਂ ਦੇ ਜੋ ਤਜਰਬੇ ਵਿੱਚ ਆਇਆ ਹੈ ਉਹ ਇਹ ਹੈ ਕਿ ਅਗਰ ਉਸ ਪਰਮਾਤਮਾ ਦੀ ਅਤੀ ਕਿਰਪਾ ਹੁੰਦੀ ਹੈ ਤਦ ਹੀ ਅਸੀਂ ਭਗਤੀ ਦੀ ਤਰਫ ਵੀ ਆ ਸਕਦੇ ਹਾਂ। ਇਹ ਵੀ ਉਹਦਾ ਕਾਨੂੰਨ ਹੈ, ਉਹਨੇ ਹੱਥ ਵਿੱਚ ਰੱਖਿਆ ਹੈ ਕਿ ਜਿਹਨੂੰ ਚਾਹਵੇ ਉਹ ਭਗਤੀ ਤੋਂ ਦੂਰ ਕਰੇ, ਜਿਹਨੂੰ ਚਾਹਵੇ ਉਹ ਆਪਣੀ ਭਗਤੀ ਵਿੱਚ ਲਾਵੇ। ਆਪਾਂ ਆਮ ਤੌਰ ਦੇ ਉੱਤੇ ਕੀ ਕਰਦੇ ਹਾਂ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅੱਛੇ ਮੁਹੂਰਤ ਦੇਖਦੇ ਹਾਂ, ਟਾਈਮ ਦੇਖਦੇ ਹਾਂ, ਫਿਰ ਜੋ ਕੁਛ ਵੀ ਆਪਣਾ ਅਕੀਦਾ ਹੁੰਦਾ ਹੈ ਉਹਦੇ ਮੁਤਾਬਕ ਆਪਾਂ ਸ਼ਗਨ ਵਗੈਰਾ ਵੀ ਕਰਦੇ ਹਾਂ, ਵਿਚਾਰ ਵੀ ਕਰਦੇ ਹਾਂ। ਲੇਕਿਨ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਸਭ ਤੋਂ ਅੱਛਾ ਉਪਯੋਗੀ ਜੋ ਸਮਾਂ ਹੈ, ਮੁਹੂਰਤ ਹੈ, ਉਹ ਹੈ ਕਿ ਜਦੋਂ ਸਾਡਾ ਉਹ ਮਾਲਕ ਦੇ ਪਿਆਰਿਆਂ ਨਾਲ ਮਿਲਾਪ ਹੋ ਜਾਂਦਾ ਹੈ। ਉਸ ਤੋਂ ਉਦੋਂ ਹੀ ਸਮਾਂ ਉਹ ਅੱਛਾ ਹੈ ਕਿ ਜਦ ਸਾਨੂੰ ਉਹ ਸ਼ਬਦ ਦੇ ਨਾਲ, ਨਾਮ ਦੇ ਨਾਲ ਜੋੜ ਦਿੰਦੇ ਹੈ। ਉਹ ਉਸ ਤੋਂ ਵੀ ਸਮਾਂ ਬਹੁਤ ਉੱਚਾ ਉਪਯੋਗੀ ਹੁੰਦਾ ਹੈ ਜਦ ਅਸੀਂ ਉਸ ਸਮੇਂ ਨੂੰ ਅੱਛੀ ਤਰ੍ਹਾਂ ਯੋਗ ਵਰਤੋਂ ਕਰਨ ਲੱਗਦੇ ਹਾਂ। ਯੋਗ ਵਰਤੋਂ ਕਿਹੜੀ ਹੈ ਕਿ ਜੋ ਸੰਤ ਸਤਿਗੁਰੂ ਸਾਨੂੰ ਸ਼ਬਦ ਨਾਮ ਦੀ ਕਮਾਈ ਦਾ ਉਪਦੇਸ਼ ਕਰਦੇ ਹੈ ਉਸ ਦੀ ਕਮਾਈ ਕਰਨ ਲੱਗ ਜਾਂਦੇ ਹਾਂ। ਉਹਨਾਂ ਦੇ ਹੁਕਮ ਦੇ ਅੰਦਰ, ਉਹਨਾਂ ਦੀ ਵਗਲ ਦੇ ਅੰਦਰ ਅਸੀਂ ਰਹਿਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਕਥਨੀ ਦੇ ਸੂਰਮੇ ਸਾਨੂੰ ਜਗ੍ਹਾ ਜਗ੍ਹਾ ਮਿਲਣਗੇ, ਕਿਉਂਕਿ ਹਰ ਆਦਮੀ ਇਹੀ ਸੋਚਦਾ ਹੈ ਕਿ ਮੈਂ ਕਥਨੀ ਕਰਕੇ ਸ਼ਾਇਦ 2-4 ਆਦਮੀਆਂ ਨੂੰ ਵਿਰਾਗ ਪੈਦਾ ਕਰ ਦੂੰਗਾ ਜਾਂ ਆਪਣੇ ਅੰਦਰ ਸ਼ਾਇਦ ਕਥਨੀ ਕਰਕੇ ਵਿਰਾਗ ਪੈਦਾ ਕਰ ਦੂੰਗਾ। ਅਸੀਂ ਆਮ ਤੌਰ 'ਤੇ ਦੇਖਦੇ ਹਾਂ ਜਦੋਂ ਲੋਕ ਰਾਗ ਕਰਦੇ ਹੈ, ਅੱਛੀ ਕਥਾ ਕਰਦੇ ਹੈ, ਉਹ ਖੁਦ ਵੀ ਲੋਕਾਂ ਨੂੰ ਰਜਾਉਣ ਵਾਸਤੇ ਰੋ ਪੈਂਦੇ ਹੈ, ਅਗਲਿਆਂ ਨੂੰ ਵੀ ਰਵਾ ਲੈਂਦੇ ਹੈ। ਦਿਲ 'ਚ ਖਿਆਲ ਆਉਂਦਾ ਹੈ ਕਿ ਸ਼ਾਇਦ ਇਹ ਬਹੁਤ ਵਿਰਾਗੀ ਹੈ, ਇਹ ਪਰਮਾਤਮਾ ਨੂੰ ਮਿਲੇ ਹੋਣਗੇ। ਲੇਕਿਨ ਸੰਤ ਮਤ ਦੇ ਅੰਦਰ ਕੋਈ ਐਸੇ ਵਿਰਾਗੀਆਂ ਨੂੰ ਕੋਈ ਜਗ੍ਹਾ ਨਹੀਂ, ਕੋਈ ਅਹਿਮੀਅਤ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਆ ਗੱਲੀ ਕਿਨੇ ਨਾ ਪਾਇਆ, ਨਾ ਭੀਜਾ ਰਾਗੀ ਨਾ ਦੀ ਬੇਦੀ। ਆਪ ਕਹਿਣ ਲਗੇ ਚਾਹੇ ਕੋਈ ਕਿਤਨੇ ਰਾਗ ਗਾ ਲੇ, ਜੋ ਮਰਜ਼ੀ ਹੈ ਉਹ ਉੱਚੀਆਂ ਸੁਰਾਂ ਕੱਢ ਲਵੇ, ਪਰਮਾਤਮਾ ਇਹਨਾਂ ਕਰਮਾਂ ਤੇ ਕਦੇ ਰੀਝਦਾ ਨੀਗਾ। ਸਾਨੂੰ ਪਤਾ ਆਪਾਂ ਖੇਤੀ ਕਰਨੀ ਹੈ ਉਹ ਵੀ ਮਿਹਨਤ ਮੰਗਦੀ ਹੈ, ਕੋਈ ਆਪਾਂ ਵਪਾਰ ਕਰਨਾ ਹੈ ਉਹ ਵੀ ਮਿਹਨਤ ਤੋਂ ਬਗੈਰ ਉਸ ਦੇ ਵੀ ਪਰਹੇਜ਼ ਹੈ। ਉਹਨਾਂ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਤਾਂ ਹੀ ਅਸੀਂ ਵਪਾਰ ਦੇ ਅੰਦਰ ਕਾਮਯਾਬ ਹੁੰਦੇ ਹਾਂ, ਖੇਤੀ ਦੇ ਅੰਦਰ ਕਾਮਯਾਬ ਹੁੰਦੇ ਹਾਂ। ਹੋਰ ਵੀ ਕੋਈ ਦੁਨੀਆ ਦਾ ਕਾਰੋਬਾਰ ਕਰਨਾ ਹੈ, ਮੈਂ ਦੱਸਦਾ ਹੁੰਦਾ ਕਿ ਸੋਨਾ ਖਾਨ ਦੇ ਵਿੱਚੋਂ ਖੋਦਕੀ ਨਿਕਾਲਿਆ ਜਾਂਦਾ ਹੈ। ਮੋਤੀ ਨਿਕਾਲਣ ਵਾਸਤੇ ਗਹਿਰੇ ਸਮੁੰਦਰ ਦੇ ਅੰਦਰ ਡੁਬਕੀ ਲਾਉਣੀ ਪੈਂਦੀ ਹੈ। ਲੇਕਿਨ ਜਦ ਨਾਮ ਸ਼ਬਦ ਦੀ ਕਮਾਈ ਦਾ ਵਕਤ ਆਉਂਦਾ ਹੈ ਫਿਰ ਅਸੀਂ ਕੀ ਕਰਦੇ ਹਾਂ, ਜਾਂ ਤਾਂ ਕਹਾਂਗੇ ਅਜੇ ਸਤਿਗੁਰੂ ਦੀ ਦਇਆ ਨਹੀਂ, ਜਾਂ
अजे साडा टाइम नहीं आया। अच्छा बई मालिक किरपा करेगा, लेकिन कदे असी अपने ते ये नहीं सवाल किया कि दुनिया का कोई भी कारोबार जिहड़ा हैगा बगैर मेहनत और मशक्कत तो नहीं हुंदागा कि असी परमात्मा की भगती ही सुते पे कर सकते हैं या गल्लां ना कर सकते हैं। ये भी मेहनत मंगती है, ये भी मशक्कत मंगती है, बल्कि होरां कारोबार तो भी ये ज़्यादा मशक्कत मंगती है, क्योंकि दुनिया के कारोबार तो साडा मन लग्या ही होया है, 24 घंटे उस पासे दा झुकाव ही है। तो मन नूं उधरों बिल्कुल पलटा देना जिहड़ा है ये काफ़ी संघर्ष करना पैंदा है। मैं अपनी हड्डबीती गल दसदा हुंदा है कि तोप दे अगे तां खड़ना आसान हुंदा है, क्योंकि साडी लोग वाह 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 करते हैं भी बड़ा हौसले वाला है, बड़ा ये दलेर है, लेकिन नाम की कमाई करने वास्ते इदों भी मुश्किल है। मैं दसदा हुंदा कि किस तरह मन जब असी अभ्यास से बैठते हैं शेर बन के खड़ जाता है कि भी मैं तेनों नहीं बैठन देनागा। जिन्हां लोगों ने संघर्ष किया है उन्हां दी जिंदगी का हाल तुसी पुछ के देखो। मैं दसदा हुंदा कि जब दूसरी वर्ल्ड वार लगी सी, मेरी इतनी ज़्यादा उम्र नहीं सी, मैं बॉयज़ कंपनी दे अंदर मैनू भर्ती किया गया सीगा, और जिहड़े बॉयज़ कंपनी च हुंदे आ उन्हां दी लड़ाई दे अंदर कोई टर्न नहीं हुंदीगी, लेकिन शौक प्यार देश सेवा का दिल दे अंदर बड़ा जज्बा सी, क्योंकि उन्हां दिनां दे अंदर महाराज सावण तो सुनिया सीगा बई देश सेवा भी बड़ी एक अच्छी है। अगर देश सेवा करदा कोई आदमी गुजर जावे, मर जावे, डेथ हो जावे तो वह भी स्वर्गां तक जाता है। तो ऐसा उदों जज्बा सीगा, क्योंकि उस वेले इन्हां चीज़ां दा नहीं पता सीगा, असी स्वर्गां नूं बड़ा उच्चा समझदे सीगे। सो मैं अपना खुशी खुशी नाम दे दिता। उम्र छोटी होने करके मैनू हर एक पैरों तो लैके सिर तक देखदा सी कि ये छोटी जी उम्र का बालका है, एक किस तरह का दलेर है, इन्हें क्यों नाम दिता है। लेकिन जिहड़ा उदों मनोबल सी लोकां दा, उहदी भी मैं दशा दसदा हुंदा है कि जिस टाइम साडा बाहर जा रहे सीगे उस वेले डॉक्टरी साडी कीती, कपड़े कुपड़े लुहाए, तो डॉक्टर कहन लग्या साडे कमांडर नूं भी मैं किहदा दुध लावां, तुसीं सिफारिश करो। तो अखां दे विच पानी भर के कहन लग्या कि सारे बली दे बकरे है, मैं किहदा नां लवां, तू सारिआं नूं ला दे। तो मैं दसदा 28-28 साल दी लोकां ने कैद मंजूर कर ली सीगी, लेकिन कोई आदमी लड़ाई वास्ते तैयार नहीं सी जाण नूं, क्योंकि उदों हिटलर की बड़ी चढ़त सीगी। वो जिथे कहंदा सी मैं कल नूं चाह पी लैनी है, वो उसे थां ही पहुंच जांदा सीगा। तुसी देख लो कि दुश्मन के उत्ते फतेह करके जब जाना है तो उदों कितनी खून हुंदे है, कितनी कतलोगारत हुंदी है। सो उस वेले दी लोकां दे मनोबल जिहड़े बड़े ही गिरे होए सीगे। मेरे याद है नाभे दी जेल दे अंदर असी कैदियां दे विचों लैन वास्ते गए भी जिन्हां ने आर्मी विच जाना है तुसी आ जाओ। उन्हां लोकां नूं 20-20 साल की सज़ा सीगी, उन्होंने सज़ा दे विच रहना, जेल च रहना मंजूर किया, लेकिन प्यारिओ उन्होंने आर्मी विच आउणा मंजूर ना किया। ये हालत सी, लेकिन प्यार सी, हौसला सी, महाराज सावण दा वाक सी भी बंदा स्वर्ग तक जा वड़दा है। तो देश सेवा बड़ी उत्तम है। तो मैनू मैं दसदा हुंदा कि उधर जाना मैनू आसान सीगा, लेकिन जिस टाइम दे उत्ते महाराज कृपाल ने मैनू अखां बंद करके इसी जगह के अंदर गुफा अंदर बिठाया कि प्यारे बेटा मैं खुद ही तेरे कोले आऊँगा, उस वेले पता है कि किस तरह जिहड़ा मन है अगे शेर की तरह आके खड़ जाता है। सो प्यारिओ महाराज सावण सिंह भी कहते हुंदे सी कि मन तोप अगे खड़ जाता है, पर भजन वास्ते कदे भी तैयार नहीं हुंदागा। सो असी मेहनत दे चोर जिहड़े हुंदे आ, असी ये बहानेबाजी करते हैं, अजे टाइम नहीं आया जां सतगुरु की दया नहीं हुई। प्यारो सतगुरु इदू होर की दया करेगा, वो अपना देश छड़दा है, अपना पेश छड़दा है, आत्मा नूं लैण वास्ते किस तरह टट्टी पिशाब दा चोला पहन के सदा संसार विच आउंदा है। तो दया इदू होर वध की कर सकदा है। सानू मुफ्त दे विच उहने अपना शब्द दा भेद दिता, आपदे नाल जोड़िया। फिर वो ये भी नहीं कहंदा कि तुसी कल्ले जाओ, वो कहंदा नहीं भी बेटा तुसी हौसला करो, तुसी सिमरन करके मेरे पास तां पहुंचो।
क्योंकि स्कूल तक जाना तो बच्चे की आपदी ड्यूटी है, अगे टीचर पढ़ाएगा। साडा स्कूल केड़ा है कि ये दोनों अखां दे दरम्यान है। साडे मन और आत्मा की जो गठ है वो इस जगह बझी हुई है। सो इस वास्ते असी स्कूल दे अंदर तो जाते नहीं गए, बैठे ही शिकायत कर छड़ते हैं, अजे दया नहीं हुई, अजे टाइम नहीं होया। सो ये सिर्फ साडी आलस है, साडे मन दे बहाना है। सो संत महात्मा सानू प्यार नाल कहंदे है कि सारिਆਂ ਨੂੰ ਕਿਹੜਾ दिन ਉੱਚਾ है, ਕਿਹੜਾ ਸੁੱਚਾ है, ਜਦੋਂ ਸਾਡਾ ਉਹ ਮਾਲਕ ਦੇ ਪਿਆਰਿਆਂ ਨਾਲ ਮਿਲਾਪ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਾਂ ਦਿਨ ਭੇਟੇ ਸਾਧ ਸੰਗ ਉਹਾਂ ਦਿਨ ਬਲਿਹਾਰੀ। मैं उस दिन तो बलिहार जाना है, कुर्बान जाना है जिस दिन किसी मालिक दे प्यारे ना मेरा मिलाप हो गया। सो थोड़े अगे गुरु रामदास जी महाराज का शब्द रखा जाता है, गौर नाल सुनने वाला है। आप कहते हैं साडे और मन की जो सीट है दोनों अखां दे दरम्यान है। इत्थों मन साडा की करता है कि सकेंट दी वो बाहर की तरफ जाता है, दुनिया के अंदर जाता है। मन और आत्मा की जिहड़ी इत्थे गंढ बजी हुई है, जो साडा मन ही इस जगह के उत्ते आके नहीं ठहरदागा तो असी किस तरह अंदर तरक्की कर सकते हैं। सो संत महात्मा सानू प्यार नाल दसदे है कि बाहर जाते मन नू किस तरह असी मोड़ना है, किस तरह मन और आत्मा की गठ जिहड़ी बधी है उसनू असी खोलना है। सो क्योंकि साडे पहला आत्मा जिहड़ी है वो प्योर सी, पवित्र सी। मन भी पहला साडा जदों इहने कर्म नहीं कीते सीगे उस वेले की सीगा कि इहदे उत्ते कोई गंद नहीं चढ़िया होया सीगा। जिवें जिवें संसार दे विच आत्मा विचरदियां गईयां, मन विचरदा गया, इन्हां दे उत्ते कर्मां दा बोझा चढ़दा गया। हुण मन आपदे घर नूं भुल गया है, आत्मा आपदे घर नूं भुल गई है। संत महात्मा कोई नवा रस्ता लैके नहीं संसार विच आउंदे, कोई मजहब बनाउण वास्ते नहीं आउंदे गे। वो सिर्फ वो भुली हुई जिहड़ी जगह है साडी आत्मा दी या साडे मन दी, उस जगह पहुंचाउण वास्ते आउंदे, उहदी याद कराउण वास्ते आउंदे है कि भी प्यारे बच्चों तुहाडा ये घर नहीं, ये तुहाडियां कौमां नहीं गियां। पता नहीं किन्नी दफा तुहाडे बच्चे इदू पहलां हर जामे विच तुहाडे बन चुके हैं। जदों पशु पंछी है उदों भी बच्चे हुंदे है, जदों असी इंसान दे जामा च है फिर भी है, उत्थे भी असी वो जूनी दे मुताबक असी भोग भोगते हैं। अच्छे खाने भी खाने हैं, माड़े खाने भी खाने हैं। वो भी कुत्ते हन जिहड़े अच्छे महलों दे विच रहिंदे हन, वो भी कुत्ते है जिन्हां नूं गलियां दे अंदर मैला खाण नूं भी नहीं मिलदागा। इसे तरह ऐसे भी इंसान है जिहड़े अच्छे अच्छे महलों दे विच रहिंदे है, ऐसे भी इंसान दी जूनी विच है जिहड़े बेचारे सड़कां दे उत्ते रुलदे फिरदे है, वगारियां दी तरह बेचारे। ना उन्हां दे कोले कोई कपड़ा है, ना उन्हां नूं कदे कोई नहाउण दा ही टाइम मिलदा है, रज के खाना खाण नूं नहीं मिलदागा। सो ऐशो इशरत जो है, दुख सुख है, वो असीं हर जामे च भोगदे आए हैं। इंसान दे जामे दा जे कोई फर्क है वो सिर्फ यही है कि जो काम असीं उन्हां जामिਆਂ 'ਚ कर नहीं सकते वो परमात्मा की भगती कर सकते हैं, तो इंसान के जामे 'ਚ कर सकते हैं। सो ਇਹਦੇ ਵਿੱਚ ਆ ਕੇ ਸਾਨੂੰ महात्मा दसदे है कि साडी जिहड़ी मन और आत्मा है ਇਹਦੀ गठ बझी हुई है। जब तक असीं इसकी गठ बझी नहीं खोल देगे, ਇਹਦੇ पंजे तो आज़ाद नहीं कर देगे, उतना चिकर कदे भी साडी आत्मा जिहड़ी है वो आपदे घर वापस जा ही नहीं सकदीगी। सो संत कहते किस तरह असी मन की बझी गठ जिहड़ी खोलनी है, फैले हुए ख्याल नूं सिमरन दे जरिए असी अखां दे पिछे लियाउणा है। जो मन साडा पले पले सकेंट बाहर की तरफ जाता है, इस नूं असी जिथे संतां ने कहा है तिल घर नहीं वासा पाईया, किसी ने तीसरा तिल कहा है, किसी ने इस नूं घरदार कहा है, किसी ने मुक्ति का दरवाजा कहा है। अलग अलग भाषा दे विच महात्मा ने इन्हां दे कई नाम रखे हुए है। सो सानू किसी नाम दे नाल बहस मुआसे की लोड़ नहीं हुंदी कि उस महात्मा ने तेनू तीसरा तिल कहा है, उसने इसनू मोरी कहा है या घरदार कहा है और या नुकता सफेदा कहा है। सवाल तो यह है कि असी इस जगह के उत्ते लियाउणा है जिसनू महाराज सावण सिंह कहंदे हुंदे सी, एक लठ है, चाहे उन्होंने तुसीं डंडा कह दिओ चाहे तुसीं लठ कह दिओ। सो यही है कि असी फैले ख्याल नूं अखां दे पिछे लियाउणा है।
किस तरह लियाउणा है कि इस तीसरे तिल ते ख्याल नूं रख के वार वार महात्मा दे दिते होए सिमरन नूं असीं याद करना है, ਉਹਦੀ वारी वारी असीं रिपीट करनी है। हुण सिमरन दे उत्ते तां किसी दा कोई जोर नहीं लगदा गा, कोई बोझा नहीं चकना पैंदा गा। असीं घरां दे अंदर काम करदे हैं, मन साडा कल्पना करदा ही रहिंदा है। ਇੱਥੇ बैठे हैं, ਇੱਥੇ भी हुण किसी ना किसी कल्पना विच लग्या होया है। जिस्म साडा जरूर ਇੱਥੇ बैठा है, लेकिन कल्पना असीं घरां बारां दी करदे हैं। अगर कोई दफ्तर च है तां ਉਹਦਾ ਆਪਦਾ दफ्तर दे मिसलां अगे आउंदियां हन। जे कोई दुकानदारी का काम करता है तो उस दे अगे गाहक आई जाते हैं, जिमीदार है तो ਉਹਦੇ अगे खेती के कारोबार आई जाते हैं। सो इस वास्ते महात्मा सानू प्यार ना कहते हैं कि जिहड़ी असीं दिन रात कल्पना इधर करते हैं दुनिया के कारोबार की, तो क्यों ना यही कल्पना जिहड़ी है असीं सिमरन दे विच सिमरन दी करन लग जाइए। क्योंकि जो सिमरन साडे अंदर जिहड़ा है पहला सानू जवान नाल सिमरन करना पैंदा है। शुरू दे विच जिस तरह बच्चा स्कूले जाता है ABC पहले जबान ना कहता है, जदों ओहदी पक जाती है फिर उसनूं कोई जबान दे ना बोलण की जरूरत नहीं पैंदी। शुरू दे विच जद असीं आर्मी दे विच गए सीगे, उस वेले वो साडे कदम याद कराउण दी खातर वो बुलाउंदे है लिफ्ट राइट, और उस तो बाद जद पक जाता है कौन बोलता है, सिर्फ तुरे ही जाते हैं। इसे तरह ही है कि शुरू दे विच जदों सिमरन साड़ी जवान ते चढ़िया नहीं हुंदा गा, तो सानू वो गिणती की तरह गिणना पैंदा है। जो साड़ी वो जवान ते चढ़ जाता है फिर सानू जवान हिलाउण की जरूरत नहीं पैंदी, याद करन की जरूरत नहीं पैंदी, क्योंकि वो कल्पना की तरह साडे अंदर 24 घंटे अपने आप ही चलता रहिंदा है। जदों मन की जवान ते चढ़ जाता है तो फिर यही है साड़ी आत्मा की जवान ते चढ़ जाता है। फिर बेशक साड़ी समाधि की अवस्था जाइए, फिर भी वो अपने आप ही बिजली की तार की तरह हलता रहता है। सो इस ते तां किसी का मुल नहीं लगता गा। तुसीं थोड़ी बहुती हिम्मत करके अगर असी चलते फिरते उठते बहते दिन रात सिमरन कर लीए, तो पहला असी मन की जवान ना लग जाइए, फिर आत्मा की जवान ना अपने आप ही होने लग जाता है। जदों साडा सिमरन इस तरह का बन जाता है तो जदों भी असी बैठांगे, क्योंकि फिर लत्तां अकड़ाउण की लोड़ नहीं पैंदी, जदों भी बैठांगे फौरन ख्याल साडा इत्थे तीसरे तिल ते आ जाएगा और शब्द की आवाज अपने आप ही इस जगह ते आ जाएगी। उन्होंने ढूंढण की सानू लोड़ नहीं पैंदी, क्योंकि जो साडा ख्याल इस जगह के उत्ते आ गया जिथे वो शब्द 24 घंटे आ रहा है। मसला तो यह है कि असी हुण शब्द हुण भी उत्थे आ रहा है, लेकिन असी वो जगह ते एकाग्र नहीं हुंदे गे। महात्मा साडे अंदर दो शक्तियां दसदे है, एक निरत है। निरत उस शक्ति नूं कहंदे है कि जिहड़ी देखण वाली है, सुरत उस शक्ति नूं कहंदे है जिहड़ी सुणन वाली है। जिसनों गुरु साहब ने कहा कि अंतर जोत निरंतर बाणी, सच्चे साहब से उलबलाई। तो साड़ी जड़ी निरत है, जदों असी फैले ख्याल नूं अखां पिछे लियाउने हैं, वो उस जोत दे दर्शन करना शुरू करती है। जिहड़ी साडी निरत है वो जोत दे दर्शन करना शुरू कर दी है। जिहड़ी सुरत है उस आवाज नूं पकड़दी है। इसे नूं संतां ने कहा सीगा कि जदों असी 10वें द्वार च सारे पर्दे ला के पहुंच जाने हैं, उत्थे शब्द दा नूर देखते हैं और इस नूं संतां ने कहा दिवाली करना, जिसनों स्वामी जी ने कहा सी कि संत दिवाली नित करे सत लोक के माहे। वो रोज ही दिवाली करते हैं। जब ख्याल अंदर ले गए तो उत्थे दिवाली है, उत्थे नूर है, प्रकाश है। बाहर दी जिहड़ी दिवाली है, ऋषियां मुनियां ने साडे अंदर शौक पैदा करन वास्ते दीवे जगा के दस्या, लाइट करके दस्या कि किस तरह थोड़े अंदर जो तुसी पहले ही
ਮੰਜ਼ਿਲ ਤੇ ਜਾਓਗੇ, ਕਿਸ ਤਰ੍ਹਾਂ ਹਜ਼ਾਰਾਂ ਪੱਤੀਆਂ ਦਾ ਤੁਹਾਡੇ ਅੰਦਰ ਪੰਖੜੀਆਂ ਦਾ ਜਗਮਗਾ ਰਿਹਾ ਹੈ ਕਮਲ। ਤੋ ਰਮਾਇਣ ਦੇ ਅੰਦਰ ਵੀ ਆਤਮਾ ਨੂੰ ਸੀਤਾ ਕਰਕੇ ਬਿਆਨ ਕੀਤਾ ਹੈ, ਮਨ ਨੂੰ ਰਾਵਣ ਕਰਕੇ ਬਿਆਨ ਕੀਤਾ ਹੈ, ਔਰ ਰਾਮ ਨੂੰ ਸਤਿਗੁਰੂ ਪਰਮਾਤਮਾ ਕਰਕੇ ਬਿਆਨ ਕੀਤਾ ਹੈ। ਜਿਸ ਤਰ੍ਹਾਂ ਸੀਤਾ ਆਤਮਾ ਦੀ ਖਾਤਰ ਪਰਮਾਤਮਾ ਰਾਮ ਨੇ ਕਿੰਨਾ ਸੰਘਰਸ਼ ਕੀਤਾ ਹੋਏ, ਉਸ ਨੂੰ ਕਿਸ ਤਰ੍ਹਾਂ ਜੇਲ੍ਹ ਦੇ ਵਿੱਚੋਂ ਮਨ ਰਾਮ ਦੀ ਵਿੱਚੋਂ ਉਹਨਾਂ ਨੇ ਸੁਤੰਤਰ ਕਰਾਇਆ, ਕਿੰਨੇ ਕਸ਼ਟ ਚੱਲੇ। ਇਸੇ ਤਰ੍ਹਾਂ ਪਰਮਾਤਮਾ ਗੁਰੂ ਵੀ ਆ ਕੇ ਸਾਡੀ ਆਤਮਾ ਸੀਤਾ ਨੂੰ ਆਜ਼ਾਦ ਕਰਨ ਵਾਸਤੇ ਕਿੰਨੇ ਕਸ਼ਟ ਚੱਲਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਵਾਲਮੀਕ ਨੇ 10,000 ਸਾਲ ਪਹਿਲਾਂ ਰਮਾਇਣ ਨੂੰ ਲਿਖਿਆ। ਉਹ ਕਹਿੰਦੇ ਹੁੰਦੇ ਜੇ ਇਹ ਤੋਂ ਹੋਰ ਵੀ ਪਹਿਲਾਂ ਹੁੰਦੇ ਤਾਂ ਇਹ ਤੋਂ ਪਹਿਲਾਂ ਵੀ ਲਿਖ ਦਿੰਦੇ। ਤੋ ਰਾਮ ਲక్ష్మణ ਸੀਤਾ ਉਹ ਤਾਂ ਸਾਰੇ ਮਗਰੋਂ ਹੋਏ ਆ। ਮਹਾਰਾਜ ਜੀ ਕਹਿੰਦੇ ਹੁੰਦੇ ਕਿ ਅੰਦਰ ਚੱਲ ਕੇ ਦੇਖੋ ਤੁਸੀਂ, ਸਾਰਾ ਰਮਾਇਣ ਦਾ ਖੇਲ ਹੋ ਰਿਹਾ ਹੈ। ਤੋ ਕਾਲ ਨੇ ਸੋਚਿਆ ਵੀ ਇਹ ਤਾਂ ਮੇਰੀ ਨਗਰੀ ਜਿਹੜੀ ਹੈ, ਜਿਹੜੇ ਇਸ ਰਮਾਇਣ ਤੇ ਅਮਲ ਕਰਨਗੇ, ਇਹਨੂੰ ਪੜ੍ਹਨਗੇ, ਫੌਰਨ ਅੰਦਰ ਚਲੇ ਜਾਣਗੇ। ਉਹਨਾਂ ਨੇ ਫੌਰਨ ਬਾਹਰ ਸਭ ਕੁਛ ਖੁਦ ਹੀ ਕਾਲ ਨੇ ਉਹੀ ਜਿਹੜੇ ਉਹਦੇ ਵਿੱਚ ਵਰਣਨ ਕੀਤੇ ਸੀ ਉਹੀ ਨਾ ਧਰ ਕੇ ਆ ਕੇ ਖੇਲ ਬਾਹਰ ਦਿਖਾਤਾ। ਹੁਣ ਜੇ ਸਾਨੂੰ ਸਮਝਾਵੇ ਵੀ ਤਾਂ ਅਸੀਂ ਕਦੇ ਮੰਨਣ ਵਾਸਤੇ ਤਿਆਰ ਨਹੀਂ ਗੇ। ਇਸ ਵਾਸਤੇ ਸੰਤ ਮਹਾਤਮਾ ਸਾਨੂੰ ਕਹਿੰਦੇ ਆ ਕਿ ਜੋ ਤੁਸੀਂ ਫੈਲੇ ਖਿਆਲ ਨੂੰ ਅੱਖਾਂ ਦੇ ਪਿੱਛੇ ਲਿਆ ਕੇ ਸਥੂਲ ਸੂਖਸ਼ਮ ਕਾਰਨ ਤਿੰਨੇ ਪਰਦੇ ਲਾ ਕੇ ਤ੍ਰਿਕੁਟੀ ਦੇ ਵਿੱਚ ਪਹੁੰਚ ਜਾਓਗੇ। ਗੁਰੂ ਨਾਨਕ ਸਾਹਿਬ ਕਹਿੰਦੇ ਆ ਗੁਰ ਪ੍ਰਸਾਦੀ ਤ੍ਰਿਕੁਟੀ ਛੁੱਟਾ, ਚੌਥੇ ਪਦ ਲਿਵਲਾਈ। ਕਿਹਨਾਂ ਦੀ ਕਿਰਪਾ ਦੇ ਨਾਲ ਉੱਥੇ ਅਸੀਂ ਪਹੁੰਚਦੇ ਹਾਂ। ਉਹ ਤ੍ਰਿਕੁਟੀ ਤੋਂ ਬਰਮ ਤੋਂ ਕਦੋਂ ਛੁਟਕਾਰਾ ਪਾਉਂਦੇ ਆ, ਕਦੋਂ ਸਾਡੀ ਚੌਥੇ ਪਦ ਦੇ ਵਿੱਚ ਲਿਵ ਲੱਗਦੀ ਹੈ, ਜਦ ਸੰਤ ਸਤਿਗੁਰੂ ਸਾਡੇ ਤੇ ਕਿਰਪਾ ਕਰਦੇ ਆ, ਆਪਣਾ ਨਾਮ ਦਿੰਦੇ ਆ, ਨਾਮ ਨਾਲ ਜੋੜਦੇ ਹੈ। ਔਰ ਜਦ ਅਸੀਂ ਸ਼ਬਦ ਨਾਮ ਦੀ ਕਮਾਈ ਕਰਦੇ ਆ, ਇਸ ਜਗ੍ਹਾ ਪਹੁੰਚ ਜਾਂਦੇ ਆ। ਤ੍ਰਿਕੁਟੀ ਤੋਂ ਛੁੱਟ ਜਾਂਦੀ ਹੈ। ਕਿਆ ਬਰਮ ਤੋਂ ਅਸੀਂ ਸਾਡੇ ਜਿਹੜਾ ਮਨ ਹੈ ਉਹ ਤ੍ਰਿਕੁਟੀ ਵਿੱਚ ਰਹਿ ਜਾਂਦਾ ਹੈ। ਆਤਮਾ ਇਹਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ। ਰੂਹ ਔਰ ਮਨ ਦੀ ਜਿਹੜੀ ਗੱਠ ਵੱਜੀ ਹੈ ਇਹ ਖੁੱਲ ਜਾਂਦੀ ਹੈ। ਸੋ ਇਸ ਵਾਸਤੇ ਗੁਰੂ ਸਾਹਿਬ ਪਿਆਰ ਦੇ ਨਾਲ ਕਹਿੰਦੇ ਹੈ ਕਿ ਮਨ ਖਿਨ ਖਿਨ ਪਰਮ ਪਰਮ ਬਹੁਤਾਵੈ ਤਿਲ ਘਰ ਨਹੀਂ ਵਾਸਾ ਪਾਈਐ ਜੀ। ਬਸੰਤ ਹਿੰਡੋਲ ਮਾਲਾ ਚੌਥਾ ਪੰਨਾ 1179। ਮਨ ਖਿਨ ਖਿਨ ਪਰਮ ਪਰਮ ਬਹੁਤਾਵੈ ਤਿਲ ਕਰ ਨਹੀਂ ਵਾਸਾ ਪਾਈਐ। ਮਨ ਖਿਨ ਖਿਨ ਪਰਮ ਪਰਮ ਬਹੁਤਾਵੈ ਤਿਲ ਕਰ ਨਹੀਂ ਵਾਸਾ ਪਾਈਐ। ਗੋਰੇ ਅੰਕਸ਼ ਸ਼ਬਦ ਦਾਰੂ ਸਿਰ ਤਾਰਿਓ ਕਰ ਮੰਦਰ ਆਣ ਵਸਾਈਐ। ਹੁਣ ਗੁਰੂ ਸਾਹਿਬ ਬੜੀ ਅੱਛੀ ਮਿਸਾਲ ਪਿਆਰ ਦੇ ਨਾਲ ਦੇ ਕੇ ਸਮਝਾਉਂਦੇ ਹੈ ਕਿ ਹਾਥੀ ਬੜੀ ਇੱਕ ਤਾਕਤ ਦਾ ਜਾਨਵਰ ਹੁੰਦਾ ਹੈ। ਬਾਜ਼ਾਰਾਂ ਦੇ ਅੰਦਰ ਦੁਨੀਆ ਨੂੰ ਵੈਸੇ ਹੀ ਖੁੱਲਾ ਹੋਵੇ ਤੇ ਰੋਲਦਾ ਚਲਾ ਜਾਂਦਾ ਹੈ। ਜਦੋਂ ਮਸਤੀ ਦੇ ਵਿੱਚ ਆਉਂਦਾ ਹੈ ਬੜਾ ਨੁਕਸਾਨ ਕਰਦਾ ਹੈ। ਲੇਕਿਨ ਮੁਹਾਵਤ ਲੋਕਾਂ ਕੋਲ ਬੜੀ ਇੱਕ ਜੁਗਤੀ ਹੁੰਦੀ ਹੈ। ਲੋਹੇ ਦੇ ਅੱਗੇ ਲੋਹੇ ਦੇ ਡੰਡੇ ਦੇ ਕੇ ਤਿੱਖੀ ਆਰ ਲਾਈ ਹੁੰਦੀ ਹੈ। ਹਾਥੀ ਨੂੰ ਚਾਹੇ ਕੋਈ ਸਕੂਲ ਵਿੱਚ ਲੈ ਜਾਵੇ, ਉਹ ਬੱਚਿਆਂ ਅੱਗੇ ਅੱਖ ਵੀ ਨਹੀਂ ਚੁੱਕ ਕੇ
ਦੇਖ ਸਕਦਾ ਗਾ। ਬਾਜ਼ਾਰਾਂ ਵਿੱਚ ਲਈ ਫਿਰਦੇ ਹੈ ਲੋਕ, ਉੱਤੇ ਚੜੇ ਫਿਰਦੇ ਹੈ। ਉਹ ਐਡੇ ਤਾਕਤ ਦੇ ਜਾਨਵਰ ਨੂੰ ਕਿਸ ਤਰ੍ਹਾਂ ਵੀ ਉਹ ਬਸ ਕਰਦੇ ਹੈ? ਉਹ ਅੰਕਸ ਦੇ ਜ਼ਰੀਏ, ਆਰ ਦੇ ਜ਼ਰੀਏ। ਇਸੇ ਤਰ੍ਹਾਂ ਦੁਨੀਆ ਨੇ ਮਨ ਨੂੰ ਵਸ ਕਰਨ ਦੇ ਬੜੇ ਬੜੇ ਉਪਾਅ ਕੀਤੇ ਹੈ। ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਕੁਛ ਕਰਿਆ ਹੈ, ਲੇਕਿਨ ਇਹ ਜਿਤਨੇ ਵੀ ਕਰਮਕਾਂਡ ਹੈ ਇਹਨਾਂ ਦੇ ਵਿੱਚ ਸਾਡਾ ਮਨ ਜਿਹੜਾ ਹੈ ਵਸ ਨਹੀਂ ਆਉਂਦਾ ਗਾ, ਬਲਕਿ ਇਹਦੇ ਅੰਦਰ ਹੋਰ ਹੰਕਾਰ ਪੈਦਾ ਹੋ ਜਾਂਦਾ ਹੈ ਕਿ ਮੈਂ ਇਤਨਾ ਜਲ ਧਾਰਾ ਕਰ ਲਿਆ, ਇਤਨੀਆਂ ਧੂਣੀਆਂ ਤਪਾ ਲੀਆਂ, ਇਤਨੇ ਮੈਂ ਤੀਰਥ ਕਰ ਲਏ ਹੈ, ਮੈਂ ਨੰਗੇ ਪੈਰੀ ਤੀਰਥ ਕਰ ਲਏ ਹੈ। ਇਹ ਜਿਹੀਆਂ ਚੀਜ਼ਾਂ ਵਜਾਏ ਮਨ ਨੀਵਾਂ ਹੋਣ ਦੇ, ਇਹ ਮਨ ਹੋਰ ਉੱਚਾ ਹੋ ਜਾਂਦਾ ਹੈ। ਤੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਜੇ ਮਨ ਨੂੰ ਵਸ ਕਰਨਾ ਹੈ ਤੇ ਤੁਸੀਂ ਸਿਮਰਨ ਦੇ ਜ਼ਰੀਏ, ਜਿੱਥੇ ਸ਼ੁਰੂ 'ਚ ਹੀ ਦੱਸਿਆ ਹੈ ਕਿ ਅਸੀਂ ਆਪਦੇ ਮਨ ਨੂੰ ਕਿੱਥੇ ਲੈ ਜਾਣਾ ਹੈ, ਤ੍ਰਿਕੁਟੀ ਦੇ ਵਿੱਚ, ਔਰ ਉੱਥੇ ਜਿਹੜਾ ਸ਼ਬਦ ਹੈ ਗੁਰੂ ਦਾ, ਉਹ ਅੰਕਸ ਦਾ, ਆਰ ਦਾ ਕੰਮ ਕਰਦਾ ਹੈ। ਮਨ ਜਿਹੜਾ ਹੈ ਹੁਣ ਹਿਰਨ ਦੀ ਤਰ੍ਹਾਂ ਵਿਸ਼ੇ ਵਿਕਾਰਾਂ ਦੀ ਤਰਫ, ਦੁਨੀਆ ਦੇ ਸਵਾਦਾਂ ਦੀ ਤਰਫ ਮਸਤ ਹੋਇਆ ਫਿਰਦਾ ਹੈ। ਥੋੜੇ ਕੀਤਿਆਂ ਅਭਿਆਸ ਤੇ ਬੈਠਣ ਨਹੀਂ ਦਿੰਦਾ ਗਾ। ਇਹੀ ਮਨ ਸਾਡੀ ਮਦਦ ਕਰਦਾ ਹੈ। ਜੋ ਮਨ ਹੁਣ ਦੁਸ਼ਮਣੀ ਕਰਦਾ ਹੈ, ਇਹ ਸਾਡੀ ਸਹਾਇਤਾ ਕਰਦਾ ਹੈ, ਇਹ ਸਾਡੇ ਨਾਲ ਸਾਡਾ ਮਿੱਤਰ ਬਣ ਜਾਂਦਾ ਹੈ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਆ, ਗੁਰ ਕਾ ਸ਼ਬਦ ਅੰਕਸ, ਉਹ ਅੰਕਸ ਦਾ ਕੰਮ ਕਰਦਾ ਹੈ। ਕਿਉਂਕਿ ਗੁਰੂ ਦੇ ਸ਼ਬਦ ਦੀ ਤਾਕਤ ਦਾ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਅਸੀਂ ਉਸ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਜਜ਼ਬ ਕਰ ਦਿੰਦੇ ਹਾਂ। ਪਹਿਲਾਂ ਤਾਂ ਅਸੀਂ ਸੋਚਦੇ ਹਾਂ ਕਿ ਨਹੀਂ ਸ਼ਬਦ ਪੜ੍ਹਨ ਵਾਲਾ ਹੈ ਜਾਂ ਗਾਉਣ ਵਜਾਉਣ ਵਾਲਾ ਹੀ ਹੈ, ਜਾਂ ਸਾਨੂੰ ਥੋੜੇ ਬਹੁਤੇ ਇਹ ਮਾਮੂਲੀ ਨਾਮ ਹੀ ਦੱਸੇ ਹੋਏ ਹੈ, ਲੇਕਿਨ ਨਹੀਂ, ਇਹਨਾਂ ਦੇ ਪਿੱਛੇ ਜੋ ਰਹਿ ਛਿਪਿਆ ਹੈ। ਕਿਉਂਕਿ ਪੰਜੇ ਪਵਿੱਤਰ ਨਾਮ ਜਿਹੜੇ ਹੈ ਇਹ ਉਹਨਾਂ ਪੰਜ ਵਿਸ਼ਾਲ ਧਨੀਆਂ ਦੇ ਨਾਮ ਹੈ, ਜਿਨ੍ਹਾਂ ਨੂੰ ਸਾਡੀ ਆਤਮਾ ਨੇ ਕ੍ਰਾਸ ਕਰਨਾ ਹੁੰਦਾ ਹੈ। ਕਿਉਂਕਿ ਜਿਸ ਮੁਲਕ ਵਿੱਚ ਦੀ ਇੱਥੋਂ ਆਪਾਂ ਅਮਰੀਕਾ ਜਾਣਾ ਹੈ, ਤਾਂ ਰਸਤੇ ਦੇ ਵਿੱਚ ਸਾਨੂੰ ਪਤਾ ਹੈ ਕਿ ਕਿਸ ਰਸਤੇ ਕੀ ਅਸੀਂ ਰੋਮ ਵਿੱਚ ਦੀ ਜਾਣਾ ਹੈ, ਕਿ ਅੱਗੇ ਮਲੈਨ ਵੀ ਉਤਰਨਾ ਹੈ, ਜਾਂ ਉਸ ਤੋਂ ਅਸੀਂ ਨਿਊਯਾਰਕ ਜਾਣਾ ਹੈ, ਜਾਂ ਬੋਸਟਨ ਜਾਣਾ ਹੈ, ਜਾਂ ਕਿਸ ਇਲਾਕੇ ਦੇ ਵਿੱਚ ਜਾਣਾ ਹੈ। ਕਿਹੜੇ ਕਿਹੜੇ ਰਸਤੇ ਸਾਨੂੰ ਪੜਾਅ ਕਰਨੇ ਪੈਂਦੇ ਹੈ। ਅਗਰ ਜੇ ਅਸੀਂ ਉੱਥੇ ਉਸ ਰਸਤੇ ਤੇ ਪਹਿਲਾਂ ਕਿਤੇ ਲੰਘੇ ਹੁੰਨੇ ਹੈ ਤਾਂ ਸਾਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀਗੀ। ਇਸੇ ਤਰ੍ਹਾਂ ਸੰਤਾਂ ਮਹਾਤਮਾ ਨੇ ਜਿਸ ਤਰ੍ਹਾਂ ਪੱਕੇ ਮਿਲਸਟੋਨ ਹੁੰਦੇ ਹੈ, ਉਹਨਾਂ ਦੇ ਉੱਤੇ ਲਿਖਿਆ ਹੁੰਦਾ ਹੈ, ਅਸੀਂ ਆਪਣੀ ਕਾਰ ਦੜਾਈ ਜਾਂਦੇ ਹਾਂ। ਜਿਹੜੇ ਪ੍ਰੇਮੀ ਅੰਦਰ ਜਾਂਦੇ ਆ ਉਹਨਾਂ ਨੂੰ ਪਤਾ ਹੈ। ਸੋ ਬਹੁਤ ਸਾਰੇ ਪ੍ਰੇਮੀ ਪੜ੍ਹੇ ਲਿਖੇ ਆਉਂਦੇ ਹੈ, ਬਾਹਰ ਪੱਛਮ ਵਿੱਚ ਦੇਖੀਦਾ, ਇੱਥੇ ਵੀ ਦੇਖੀਦਾ ਹੈ। ਜਦ ਉਹਨਾਂ ਨੂੰ ਨਾਮ ਦੀ ਤਰਫ ਉਸ ਵਕਤ ਜਿਹੜਾ ਕਿ ਬੜਾ ਇੱਕ ਪਵਿੱਤਰ ਟਾਈਮ ਹੁੰਦਾ ਹੈ, ਉਹ ਉਸ ਟਾਈਮ ਦੀ ਕਦਰ ਨਾ ਕਰਦੇ ਹੋਏ ਇਹਨਾਂ ਅਕਸ਼ਰਾਂ ਦੇ ਅਰਥ ਨੂੰ ਪੁੱਛਦੇ ਹੈ ਕਿ ਮਹਾਰਾਜ ਜੀ ਦਾ ਅਰਥ ਕੀ ਹੈ। ਤੋ ਹੱਸ ਕੇ ਕਹਿ ਦੀਦਾ ਵੀ ਜੋ ਤੂੰ ਅੰਦਰ ਜਾਏਗਾ ਤੈਨੂੰ ਆਪਣੇ ਆਪ ਹੀ ਅਰਥ ਦਾ ਪਤਾ ਲੱਗੇਗਾ। ਜੇ ਆਪਾਂ ਹੁਣ ਆਪਣੇ ਅੱਗੇ ਖਾਣਾ ਬਣਾ ਕੇ ਕਿਸੇ ਨੇ ਰੱਖਿਆ ਹੈ, ਆਪਾਂ ਉਸ ਨੂੰ ਇਹ ਪੁੱਛੀਏ ਵੀ ਇਹ ਖਾਣੇ ਦਾ ਮਤਲਬ ਕੀ ਹੈ, ਤਾਂ ਸਿਆਣਾ ਆਦਮੀ ਸਾਨੂੰ ਇਹ ਕਹੇਗਾ ਵੀ ਤੂੰ ਖਾਣਾ ਖਾ ਕੇ ਦੇਖ ਲੈ, ਤੈਨੂੰ ਆਪੇ ਪਤਾ ਲੱਗ ਜਾਏਗਾ। ਕਿਉਂਕਿ ਬਗੈਰ ਅੰਨ ਤੋਂ ਤੁਰਿਆ ਨਹੀਂ ਜਾਂਦਾਗਾ, ਤੇ ਜੋ ਖਾਵਾਂਗੇ ਤਾਕਤ ਆਏਗੀ। ਤੋ ਸ਼ਬਦ ਦੇ ਅੰਦਰ ਵੀ ਜੋ ਸਾਡੀ ਆਤਮਾ ਜਨਮਾਂ ਜਨਮਾਂਤਰਾਂ ਦੀ ਕਮਜ਼ੋਰ ਹੈ, ਤੋ ਸ਼ਬਦ ਦੇ ਅੰਦਰ ਵੀ ਤਾਕਤ ਹੈ। ਜਦ ਅਸੀਂ ਅੰਦਰ ਜਾਵਾਂਗੇ ਆਪਣੇ ਆਪ ਹੀ ਕਿਤਾਬ ਦੀ ਤਰ੍ਹਾਂ ਮਾਰਗ ਖੁੱਲ ਜਾਏਗਾ। ਉੱਥੇ ਇਹਨਾਂ ਦੇ ਅਰਥਾਂ ਦੀ ਜ਼ਰੂਰਤ ਹੀ ਨਹੀਂ ਪੈਂਦੀਗੀ। ਸੋ ਇਸ ਵਾਸਤੇ ਆਪ ਕਹਿੰਦੇ ਹੈ ਕਿ ਜਦ ਅਸੀਂ ਉਸ ਜਗ੍ਹਾ ਤੇ ਪਹੁੰਚ ਜਾਂਦੇ ਹਾਂ, ਫਿਰ ਪਤਾ ਲੱਗਦਾ ਕਿ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਅੰਕਸ ਹੈ। ਕਿਉਂਕਿ ਜਿਹੜਾ ਮਨ ਹਾਥੀ ਹੈ, ਇਹਦੀ ਫੌਜ ਜਿਹੜੀ ਹੈ, ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਅੱਖ ਨਹੀਂ ਚੁੱਕਦੇ ਗਏ, ਕਿਉਂਕਿ ਉਹ ਅੰਕਸ ਤੋਂ ਡਰਦੇ ਹੈ।
ਅੰਕਸ ਦੇ ਨਾਲ ਇਹਨਾਂ ਨੂੰ ਵਸ ਕੀਤਾ ਹੋਇਆ ਹੈ। ਜਿਸ ਤਰ੍ਹਾਂ ਹਾਥੀ ਬਾਜ਼ਾਰਾਂ ਦੇ ਅੰਦਰ ਬੱਚਿਆਂ ਦੇ ਸਕੂਲ 'ਚ ਲੈ ਜਾਓ, ਅੱਖ ਨਹੀਂ ਪੁੱਟ ਕੇ ਦੇਖਦਾਗਾ, ਇਸੇ ਤਰ੍ਹਾਂ ਤੁਸੀਂ ਮਨ ਦੇ ਅੱਗੇ ਜੋ ਮਰਜ਼ੀ ਹੈ ਅੱਛੇ ਅੱਛੇ ਖਾਣੇ ਰੱਖ ਦਿਓ, ਹੋਰ ਅੱਛੀਆਂ ਅੱਛੀਆਂ ਤੁਸੀਂ ਚੀਜ਼ਾਂ ਐਸ਼ੋ ਇਸ਼ਰ ਦੀਆਂ ਰੱਖ ਦਿਓ, ਕਿਉਂਕਿ ਅੰਦਰਲੇ ਮੁਕਾਬਲੇ ਤੇ ਨਾ ਤਾਂ ਕੋਈ ਦੁਨੀਆ ਦੇ ਖਾਣੇ ਸਵਾਦ ਲੱਗਦੇ ਹੈ, ਨਾ ਦੁਨੀਆ ਦੇ ਅੰਦਰ ਜਿਤਨੀਆਂ ਵੀ ਅਸੀਂ ਐਸ਼ੋ ਇਸ਼ਰਤਾਂ ਦੇਖਦੇ ਹਾਂ, ਇਹ ਵਿਸ਼ੇ ਬਕਾਰ ਜਿਤਨੇ ਵੀ ਹੈ, ਇਹ ਸਾਰੇ ਉਸ ਰਸ ਦੇ ਮੁਕਾਬਲੇ ਤੇ ਤੁੱਛ ਹਨ। ਇਹ ਸਵਾਹ ਵਰਗੇ ਲੱਗਦੇ ਹੈ। ਕੀ ਕੋਈ ਸਿਆਣਾ ਆਦਮੀ ਅੱਖਾਂ ਨਾਲ ਦੇਖ ਕੇ ਸਵਾਹ ਮੂੰਹ 'ਚ ਪਾਏਗਾ ਬਈ, ਜਿਹਨੂੰ ਅੰਮ੍ਰਿਤ ਪੀਣ ਨੂੰ ਮਿਲੇ? ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ ਕਿ ਅੰਦਰ ਜਦੋਂ ਜਾਂਦੇ ਆ ਫਿਰ ਪਤਾ ਲੱਗਦਾ ਕਿ ਗੁਰੂ ਦਾ ਜੋ ਸ਼ਬਦ ਹੈ ਉਹ ਅੰਕਸ ਦਾ ਕੰਮ ਕਰਦਾ ਹੈ ਜੀ। ਗੋਰੇ ਅੰਕਸ਼ ਸ਼ਬਦ ਦਾਰੂ ਸਿਰ ਤਾਰਿਓ, ਕਰ ਮੰਦਰ ਆਣ ਵਸਾਏ, ਗੋਬਿੰਦ ਜੀਓ ਸਤ ਸੰਗਤ ਮੇਲੇ ਹਰ ਧਿਆਏ। ਹੁਣ ਆ ਪਿਆਰ ਦੇ ਨਾਲ ਕਹਿੰਦੇ ਆ ਕਿ ਦਿਲ ਦੇ ਵਿੱਚ ਖਿਆਲ ਹੁੰਦਾ ਹੈ ਕਿ ਭਗਤੀ ਕਰਨੀ ਕਿਹੜਾ ਮੁਸ਼ਕਿਲ ਹੈ, ਜਦ ਚਾਹਿਆ ਲੱਗ ਜਾਵਾਂਗੇ। ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹਨ ਉਹ ਮਹਾਤਮਾ ਕਹਿੰਦੇ ਆ ਨਹੀਂ ਬਈ, ਜਿਹਦੇ ਤੇ ਉਹ ਪਰਮਾਤਮਾ ਮਿਹਰ ਕਰਦਾ ਹੈ ਉਹੀ ਇਸ ਪਾਸੇ ਲੱਗ ਸਕਦੇ ਹੈ। ਫਿਰ ਆਪਨੇ ਕਿਹਾ ਕਿ ਕਿਸ ਤਰ੍ਹਾਂ ਗੁਰੂ ਦਾ ਜਿਹੜਾ ਇਹ ਸ਼ਬਦ ਹੈ ਉਹ ਅੰਕਸ ਦਾ ਕੰਮ ਕਰਦਾ ਹੈ। ਦਿਲ 'ਚ ਖਿਆਲ ਆਉਂਦਾ ਹੈ ਕਿ ਜਗ੍ਹਾ ਜਗ੍ਹਾ ਮਹਾਤਮਾ ਬੈਠੇ ਹੈ, ਕਿਹੜਾ ਮੁਸ਼ਕਿਲ ਹੈ। ਔਰ ਆਪ ਕਹਿਣ ਲਗੇ ਨਹੀਂ, ਉਹਨਾਂ ਮਹਾਤਮਾ ਦੀ ਹੈ ਪਰਮਾਤਮਾ ਕਿਰਪਾ ਕਰਕੇ ਸੰਗਤ ਮੇਲ। ਕਬੀਰ ਸਾਹਿਬ ਨੇ ਕਿਹਾ ਸੀ, ਮੈਂ ਤਾਂ ਉਨਰੇ ਸੰਤੋਂ ਕੋ ਦਾਸ, ਜਿਨ੍ਹਾਂ ਨੇ ਮਨੁਆ ਵਸ ਮੇ ਕਰਿਆ, ਜਿਨ੍ਹਾਂ ਨੇ ਮਨ ਨੂੰ ਵਸ ਵਿੱਚ ਕੀਤਾ ਹੈ। ਆਪਾ ਛੋੜ ਜਗਤ ਵਿੱਚ ਬੈਠੇ, ਨਹੀਂ ਜਗਤ ਸੇ ਕਾਮ। ਉਹ ਇਹ ਨਹੀਂ ਕਿ ਸੰਸਾਰ ਨੂੰ ਛੱਡ ਕੇ ਉਹ ਬਾਹਰ ਭਗਵੇਂ ਕੱਪੜੇ ਪਾ ਕੇ ਫਿਰਦੇ ਹੈ ਜਾਂ ਕੰਨ ਪੜਾਈ ਫਿਰਦੇ ਹੈ ਜਾਂ ਕੋਈ ਪਿੰਡੇ ਤੇ ਸੁਆਹ ਵਗੈਰਾ ਮਲੀ ਫਿਰਦੇ ਹੈ। ਕਹਿਣ ਲੱਗੇ ਨਹੀਂ, ਉਹ ਸੰਸਾਰ ਦੇ ਵਿੱਚ ਰਹਿੰਦੇ ਆ, ਸੰਸਾਰਾਂ ਦੀ ਤਰ੍ਹਾਂ ਹੀ ਆਪ ਦੀ ਉਪਜੀਵਕਾ ਜਿਹੜੀ ਹੈ ਉਹ ਖੇਤੀ ਕਰਨ, ਵਪਾਰ ਕਰਨ, ਕੁਛ ਵੀ ਕਰਦੇ ਹੈ। ਸੋ ਇਸ ਵਾਸਤੇ ਆਪ ਪਿਆਰ ਦੇ ਨਾਲ ਕਹਿੰਦੇ ਨਹੀਂ ਕਿਸੇ ਸੇ ਕਾਮ। ਇਹਨਾਂ ਕੰਮਾਂ ਦੇ ਵਿੱਚ ਦੁਨੀਆ 'ਚ ਰਹਿੰਦੇ ਹੋਏ ਲੇਕਿਨ ਉਹ ਉਸ ਮੱਖੀ ਦੀ ਤਰ੍ਹਾਂ ਰਹਿੰਦੇ ਹੈ ਕਿ ਜਿਸ ਤਰ੍ਹਾਂ ਇੱਕ ਮੱਖੀ ਸ਼ਹਿਦ ਦੇ ਕਿਨਾਰੇ ਤੇ ਬਹਿ ਕੇ ਸ਼ਹਿਦ ਵੀ ਖਾ ਜਾਂਦੀ ਹੈ ਔਰ ਉੱਡ ਵੀ ਜਾਂਦੀ ਹੈ। ਆਰਾ ਸਾਵਣ ਸਿੰਘ ਕਹਿੰਦੇ ਹੁੰਦੇ, ਇੱਕ ਮੱਖੀ ਜਿਹੜੀ ਸ਼ਹਿਦ ਦੇ ਵਿਚਾਲੇ ਆ ਕੇ ਬਹਿ ਜਾਂਦੀ ਹੈ ਉਹ ਨਾ ਉੱਡ ਸਕਦੀ ਹੈ, ਲੱਤਾਂ ਕੱਢਦੀ ਹੈ ਪਰ ਫਸ ਜਾਂਦੇ ਆ, ਪਰ ਕੱਢਦੀ ਹੈ ਲੱਤਾਂ ਫਸ ਜਾਂਦੀਆਂ। ਅਸੀਂ ਦੁਨੀਆਦਾਰ ਦੁਨੀਆ ਦੇ ਐਸੇ ਚਿੱਕੜ ਵਿੱਚ ਫਸਦੇ ਆ ਕਿ ਨਾ ਅਸੀਂ ਰਾਮ ਭਗਤੀ ਕਰ ਸਕਦੇ ਹਾਂ, ਨਾ ਦੁਨੀਆ 'ਚ ਅਸੀਂ ਪੂਰੇ ਆਉਂਦੇ ਹਾਂ। ਦੁਨੀਆ ਦੇ ਅੰਦਰ ਕੋਈ ਸਾਡੇ ਘਰ ਦੇ ਅੰਦਰ ਲੜਕਾ ਪੈਦਾ ਹੋ ਗਿਆ, ਸ਼ਾਦੀ ਹੋ ਗਈ ਹੈ, ਅਸੀਂ ਫੁੱਲੇ ਨਹੀਂ ਸਮਾਉਂਦੇ ਗੇ, ਕਿਸ ਤਰ੍ਹਾਂ ਅਸੀਂ ਪਾਰਟੀਆਂ ਕਰਦੇ ਹਾਂ। ਅਗਰ ਉਸੇ ਘਰ ਦੇ ਅੰਦਰ ਕੋਈ ਮੌਤ ਹੋ ਜਾਂਦੀ ਹੈ, ਸਾਰੀ ਜ਼ਿੰਦਗੀ ਕਿਰਕਰੀ ਹੋ ਜਾਂਦੀ ਹੈ, ਖੁਸ਼ਕ ਹੋ ਜਾਂਦੀ ਹੈ, ਰੋਣਾ ਪੀਟਣਾ ਸ਼ੁਰੂ ਕਰ ਦਿੰਦੇ ਹੈ। ਸੋ ਇਸ ਵਾਸਤੇ ਨਾ ਇਹ ਐਸਾ ਚੀਜ਼ ਮੌਤ ਪੈਦਾਇਸ਼ ਦਾ ਸੰਸਾਰ ਹੈ। ਮੌਤ ਵੀ ਹੁੰਦੀ ਹੈ, ਪੈਦਾਇਸ਼ ਵੀ ਹੁੰਦੀ ਹੈ, ਲੇਕਿਨ ਅਸੀਂ ਮੌਤ ਵੇਲੇ ਵੀ ਦੁਖੀ, ਅਸੀਂ ਪੈਦਾਇਸ਼ ਵੇਲੇ ਵੀ ਦੁਖੀ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਆ ਕਿ ਬਈ ਕੀ ਕਰੋ, ਸਾਨੂੰ ਹੈ ਪ੍ਰਮਾਤਮਾ ਉਹ ਵਾਤਾਵਰਨ ਦੇ ਮਤਾ ਦਿਲ 'ਚ ਖਿਆਲ ਆਏ ਕਿ ਸੰਗਤ ਦੇ ਵਿੱਚ ਜਾਣ ਵਾਸਤੇ ਜਾਂ ਸਾਨੂੰ ਕੋਈ ਖਾਸ ਕਿਸਮ ਦੇ ਕੱਪੜੇ ਪਾਉਣੇ ਪੈਣਗੇ ਜਾਂ ਹੋਰ ਕੁਝ ਪੈਣਾ ਪਏਗਾ। ਕਹਿਣ ਲੱਗੇ ਨਹੀਂ ਹੈ ਪ੍ਰਮਾਤਮਾ ਸਾਨੂੰ ਉਹੋ ਜਿਹਾ ਵਾਤਾਵਰਨ ਦੇ, ਕਿਉਂਕਿ ਮਨ ਦੇ ਉੱਤੇ ਸੋਭਤ ਦਾ ਬੜਾ ਅਸਰ ਹੁੰਦਾ ਹੈ। ਅਸੀਂ ਜੂਏਬਾਜ਼ਾਂ ਦੀ ਸੋਭਤ ਵਿੱਚ ਜਾਵਾਂਗੇ, ਜੂਆ ਖੇਲਣ ਦੀ ਆਦਤ ਪਏਗੀ, ਸ਼ਰਾਬੀਆਂ ਪਾਸ ਜਾਵਾਂਗੇ, ਸ਼ਰਾਬ ਪੀਣ ਦੀ ਆਦਤ ਪਏਗੀ। ਅਗਰ ਨਾਮ ਸ਼ਬਦ ਦੀ ਕਮਾਈ ਵਾਲੇ ਪਾਸ ਆਪਾਂ ਜਾਵਾਂਗੇ, ਸ਼ਬਦ ਨਾਮ ਦੀ ਕਮਾਈ ਦੀ ਆਦਤ ਪੈ ਜਾਏਗੀ। ਸੋ ਆਪ ਕਹਿੰਦੇ ਹੈ ਪ੍ਰਮਾਤਮਾ ਐਸਾ ਵਾਤਾਵਰਨ ਦੇ ਜਿਹਦੇ ਵਿੱਚ ਜਾ ਕੇ ਸਾਡਾ ਭੁੱਲੜ ਮਨ ਜਿਹੜਾ ਹੈ ਉਹ ਤੇਰੀ ਭਗਤੀ ਦੀ ਤਰਫ ਆ ਜਾਵੇ। ਹਾਂ ਭਾਈ। ਗੋਬਿੰਦ ਜੀਓ
सत संगत मेले हर त्याये। हो मैं रोग गया सुख पाया, हर सहज समाध लगाए। संगत दे अंदर जाके साडे अंदरों किस तरह होमे दा जिहड़ा रोग है चलिया जांदा है। जदों असीं एक तप्पड़ दे उत्ते गरीब अमीर बैठ के खाना खाने हैं, सानू उदों निमरता लियाउण दी बड़ी मौका मिलता है। असीं कहने सारे जीव ये परमात्मा दे बनाए है। मैनू मौका अखां नाल देखण दा मिलिया। साडी आर्मी दा जो बड़ा कमांडर सीगा थमैया जरनल, ਉਹ ਮਹਾਰਾਜ ਸਾਵਣ ਸਿੰਘ ਨੂੰ ਮਿਲਣ ਵਾਸਤੇ ਗਿਆ ਹੈ। ਜਰਨਲ ਵਿਕਰਮ ਸਿੰਘ ਸੀਗਾ, ਉਹ ਵੀ ਮਿਲਣ ਵਾਸਤੇ ਜਾਂਦੇ ਰਹੇ ਹੈ, ਜਿਨ੍ਹਾਂ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਦਾ ਰਿਹਾ ਹੈ। ਉਹਨਾਂ ਵਾਸਤੇ ਮਹਾਰਾਜ ਨੇ ਮੰਜਾ ਮੰਗਾਇਆ, ਕੁਰਸੀ ਮੰਗਾਈ, ਲੇਕਿਨ ਨਹੀਂ, ਉਹ ਪੁੰਜੇ ਬੈਠੇ ਕਿ ਜ਼ਿੰਦਗੀ ਦਾ ਆਹ ਹੀ ਮੌਕਾ ਹੈ ਕਿਸੇ ਮਹਾਤਮਾ ਦੇ ਚਰਨਾਂ ਵਿੱਚ ਬੈਠਣ ਦਾ। ਉਹਨਾਂ ਵਾਸਤੇ ਖਾਣੇ ਦਾ ਇੰਤਜ਼ਾਮ ਕੀਤਾ, क्योंकि महाराज सच्चे पातशाह फौजियां नाल बड़ा ही प्यार करते सी, क्योंकि वो खुद आर्मी विच रहे सीगे। उन्होंने पता सीगा कि इन्हां नूं टाइम बड़ा थोड़ा मिलता है, टाइम दे पाबंद है। तो जदों उन्होंने खाना परोसन लगे तो वो चुप करके आके तप्पड़ ते बैठ के वो कहण लगे सारी जिंदगी का आ ही मौका है। वो जद भी जाते सी खाना जरूर उन्होंने तप्पड़ ते बैठ के खा के आना, क्योंकि मैनू वध तो वध ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦੇ ਨਾਲ ਜਾਣ ਦਾ ਮੌਕਾ ਮਿਲਦਾ ਰਿਹਾ। ਸੋ ਇਸ ਵਾਸਤੇ ਆਪ ਪਿਆਰ ਦੇ ਨਾਲ ਦੱਸਦੇ ਹੈ ਕਿ ਉੱਥੇ ਜਾ ਕੇ ਸਾਡਾ ਹਉਮੈ ਦਾ ਰੋਗ ਜਾਂਦਾ। ਫਿਰ ਜਦ ਅਸੀਂ ਸੇਵਾ ਕਰਦੇ ਹਾਂ, ਲੰਗਰ ਦੀ ਸੇਵਾ ਕਰਦੇ ਹਾਂ ਜਾਂ ਕੋਈ ਖੇਤੀ ਦੀ ਸੇਵਾ ਕਰਦੇ ਹਾਂ, ਕੋਈ ਹੋਰ ਸੇਵਾ ਹੈ, ਉੱਥੇ ਵੀ ਜਦੋਂ ਅਸੀਂ ਛੋਟੇ ਵੱਡੇ ਇੱਕੋ ਜਿਹੇ ਹੋ ਕੇ ਸੇਵਾ ਕਰਦੇ ਹਾਂ, ਉੱਥੇ ਵੀ ਸਾਡੇ ਅੰਦਰੋਂ ਨਿਮਰਤਾ ਆਉਂਦੀ ਹੈ। फिर संत महात्मा सानू बड़े प्यार नाल दसदे है कि प्यारे बच्चों, एक म्यान विच दो तलवारां कदे पै नहीं सकदियां। जिथे हौमा है, हंकार है, उत्थे कदे भी परमात्मा प्रगट नहीं हो सकदागा। ये तां निमरता दा खेल है, क्योंकि पानी हमेशा नीवे पासे ही, नीवी साइड नहीं आउंदा है। कदे टिब्बे उपर पानी, उपर पहाड़ ते पानी नहीं रुकदा गा, पानी हमेशा ही थले चश्मिਆਂ ਦੇ अंदर ही आके रुकदा है। सो संत महात्मा सानू प्यार नाल दसदे है। मैं हमेशा ही दसदा हुन्ना कि जदों भगत आप दी कमजोरी कन्नी देखदा है, आप दे पापां दी तरफ देखदा है, फिर वो गुरु अगे, परमात्मा अगे सच्चे दिलों फरियाद करदा है कि हो सकता है कि मैनू मेरे कर्मा करके बड़ी लम्मी और करड़ी सजा भोगनी पवे, क्योंकि मैं दुनिया तो चोरी करदा है, परमात्मा दे सैंदक है। क्योंकि असी आम तौर पर यह सोचते हैं कि बूहा बंद किया, जो मर्जी कर लो, केड़ा परमात्मा देखता है। लोका दुनिया वड्डी है, परमात्मा छोटा है। मैं अपने आप नूं भी धोखा दिता, दुनिया नूं भी दिता, क्योंकि मैं सोचदा सीगा कि दुनिया वड्डी है, परमात्मा छोटा है। मेरी काम ने मत मारी रखी। इस वास्ते हे परमात्मा गुरु, तू मैनू बख्शन, तू मेरा लेखा लैण तो पहला बख्श दे। जे तू मेथों लेखा मंगेगा मैं पूरा नहीं आ सकता। गुरु नानक ने भी कहा, लेखा करत न छुटिए, खिन खिन भूलन हार, बख्शन हारा बख्श ले ते नानक पार उतार। कि हे प्रभु, मैं लेखा करके छुट नहीं सकता गा, क्योंकि पता नहीं इस जन्म च नहीं तो होर पता नहीं किन्ने कि जन्म है। सो इस वास्ते आप प्यार ना कहंदे, जो तुसीं संतां महात्मा दे मूँह दे विचों ऐसे प्यार भरे, निमरता भरे बचन सुनते हैं, साडे भुल्लड़ मन दे अंदर भी निमरता आउणी शुरू हो जाती है। एक दिन नहीं तो दूसरे दिन आएगी जी। हो मैं रोग गया सुख पाया, हर
सहज समाध लगाए। कार्य रतन लाले बोहो मान के लादे। मन पर में ले ना सकाये। रतन लाल संतां दा मतलब उस नाम तो है। परमात्मा ने हरेक दे अंदर वो खजाने नाम दे रखे है, लेकिन साडा मन भरम करके, भरम केड़ी चीज है? जो कुछ असी अखां नाल बाहर देखते हैं, माता पिता है, भैन भरा है, जायदाद है, धन दौलत है, ये सारा कुछ भरम है। सानू पता है कि जो कुछ अज असी लई बैठे हैं, पुत्र धीआं या धन दौलत, ये पहला होर भी किसी कोले सन। जे साडे वड वडेरे इन्हां जायदादां नूं वो नाल नहीं लेके गए तो असी की आस लाई बैठे हैं? सानू पता है साडे वडेरे गए जिन्हां दे नाल वो अति प्यार करदे सन, उन्हां दा लगाव सीगा, वो नाल नहीं लिजा सके। असी की आस लाई बैठे भी असी साथ लै जावांगे। इस वास्ते जो कुछ देखते हैं भरम है, मन भरमे लह ना सकाई है। खजाने दा परमात्मा ने साडे अंदर नाम दे रखे है, लेकिन साडा मन भरम दे वस होके बाहर ही बाहर तुरया फिरदा है जी। कारे रतन लाल बो मान के लादे। मन पर में ले ना सकाये। ज्यों ओडा कूप गज खिन काढ़े। त्यों सत गुर वास्त लहाये। किवें असी वो जिहड़े खजाने परमात्मा ने नाम दे रखे है किस तरह प्राप्त करना है? आप प्यार ना कहंदे है कि संतां महात्मा ने साडे अंदर कोई रगड़ के नहीं पाउणा, घोल के नहीं पाउणागा। तुसी देख लो जिहड़े जज है जां कोई वकील है, उच्चे अहुदियां ते है, उन्हां नूं पुछो कि तुहाडे उस्तादां ने तुहाडे अंदर की कुछ रगड़ के पाया सी? कोई घोल के पियाया सी या कोई मूंह दे विच थुकिया सीगा जां उन्हां दे नाल खाना खाधा सीगा? नहीं, वो सानू यही समझाउंदे आ कि असी उन्हां दी सोहबत करी सी, उन्हां दा कहा मन्निया सीगा। उन्हां दी सोहबत और कहना मनन करके अज वो लोग अच्छी जिंदगी जी रहे हैं। लेकिन जिन्हां ने कदे किसी उस्ताद दा, टीचर दा कहना नहीं मन्नियागा तो वो की है कि अज बेचारा अनपढ़ तुरया फिरदा है। विद्या दी ताकत तां उहदे अंदर भी है, लेकिन वो सुती आई और सुती चली गई। इसे तरह भीखा साहब ने कहा कि सबकी भीखा भूखा को नहीं, सबकी गठड़ी लाल लाल, गिरे खोल ना जानी तांते भय कंगाल। वो परमात्मा ने किसी नूं ऊणा नहीं रखिया, कमी नहीं रखी, हरेक दे अंदर वो नाम दा खजाना रखिया होया है। असी अंदर वड़ के उस नूं प्राप्त नहीं कर देंगे, इस वास्ते असी कंगाल है जी। ज्यों ओडा कूप गज खिन काढ़े। त्यों सत गुर वास्त लहाये। जिन ऐसा सत गुर साध न पाया। ते त्रिग त्रिग नर जीवाये। ओड उन्हां सज्जणां नूं कहंदे है जिन्हां लोकां नूं इल्म हुंदा है कि जिस तरह पुराने थे हुंदे है, उन्हां दे नीचे बने बनाए कूए आ जांदे है। जदों असीं पुरातन जगह देखते हैं जिन्हां दी खुदाई कीती है, उन्हां दे विचों सानूं पता लगता है कि उन्होंने किस तरह दी चीज़ां प्राप्त कीतियां, किस तरह उन्होंने बने बनाए कूए भी कढ़े, उन्होंने थल्लों मकान वसदे शहर भी किसी वक्त जद वसदे सन उहो जे निशान कढ़े मकान वगैरह। सो इस वास्ते संत महात्मा साडे अंदर
ਕੋਈ ਰਗੜ ਕੇ ਨਹੀਂ ਪਾਉਂਦੇਗੇ। ਜਿਸ ਤਰ੍ਹਾਂ ਉਹਨਾਂ ਨੂੰ ਸਿੰਘੇ ਵੀ ਕਹਿੰਦੇ ਹੈ, ਉਹ ਸੁੰਘ ਕੇ ਆਪਦੇ ਹੁਨਰ ਦੇ ਨਾਲ ਉਹ ਜਗ੍ਹਾ 'ਚੋਂ ਦੱਸ ਦਿੰਦੇ ਆ ਵੀ ਇੱਥੋਂ ਅਗਰ ਤੁਸੀਂ ਮਿੱਟੀ ਪਾਸੇ ਹਟਾਓਗੇ ਤਾਂ ਬਣਿਆ ਬਣਾਇਆ ਕੂਆ ਨਿਕਲ ਆਏਗਾ, ਤੁਸੀਂ ਇਸ 'ਚੋਂ ਪਾਣੀ ਪੀ ਸਕਦੇ ਹੋ। ਇਸੇ ਤਰ੍ਹਾਂ ਸੰਤਾਂ ਮਹਾਤਮਾ ਨੂੰ ਵੀ ਇਹ ਇਲਮ ਹੈ, ਇਹ ਉਹਨਾਂ ਦਾ ਜਾਤੀ ਤਜਰਬਾ ਹੈ। ਉਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਹਿੰਦੇਗੇ, ਉਹ ਕਹਿੰਦੇ ਜੇ ਸਾਡੇ ਕਹਿਣ ਮੁਤਾਬਕ ਤੁਸੀਂ ਵੀ ਹਿੰਮਤ ਕਰਕੇ ਫੈਲੇ ਖਿਆਲ ਨੂੰ ਅੱਖਾਂ ਦੇ ਪਿੱਛੇ ਲਿਆ ਕੇ ਸ਼ਬਦ ਨਾਲ ਜੋੜੋਗੇ ਤੇ ਤੁਸੀਂ ਵੀ ਇਹ ਲਾਲ ਨੂੰ, ਇਹ ਖਜ਼ਾਨੇ ਨੂੰ ਪ੍ਰਾਪਤ ਕਰ ਸਕਦੇ ਹੋ। ਹੁਣ ਆਪ ਪਿਆਰ ਨਾਲ ਕਹਿੰਦੇ ਆ, ਜਿਨ੍ਹਾਂ ਨੂੰ ਇਨਸਾਨ ਦਾ ਜਾਮਾ ਪਾ ਕੇ ਐਸੇ ਸੰਤ ਜਿਨ੍ਹਾਂ ਨੇ ਕਿ ਜ਼ਿੰਦਗੀ ਦੇ ਵਿੱਚ ਇਹ ਮਸਲਾ ਹੱਲ ਕੀਤਾ ਨਹੀਂ ਮਿਲੇ, ਉਹਨਾਂ ਦਾ ਦੁਨੀਆ ਤੇ ਉੱਤੇ ਆਉਣ ਦਾ ਲਾਹਨਤ ਹੈ, ਤਿਰਗ ਹੈ ਜੀ। ਜਿਨ ਐਸਾ ਸਤਿਗੁਰ ਸਾਧ ਨ ਪਾਇਆ, ਤੇ ਤ੍ਰਿਗ ਤ੍ਰਿਗ ਨਰ ਜੀਵਾਏ। ਜਨਮ ਪਦਾਰਥ ਪੁਨ ਫਲ ਪਾਇਆ, ਕੌਡੀ ਬਦਲੇ ਜਾਏ। ਇਹ ਇਨਸਾਨ ਦਾ ਜਾਮਾ ਜਦੋਂ ਬਹੁਤ ਸਾਰੇ ਸਾਡੇ ਚੰਗੇ ਕਰਮ, ਨੇਕ ਕਰਮ ਜਮਾ ਹੋ ਜਾਂਦੇ ਹੈ, ਉਹ ਪਰਮਾਤਮਾ ਸਾਨੂੰ ਇਨਾਮ ਦਿੰਦਾ ਹੈ, ਇਹ ਮੌਕਾ ਦਿੰਦਾ ਹੈ ਕਿ ਵੀ ਦੇਖ ਪਿਆਰਿਆ, ਤੈਨੂੰ ਮੈਂ ਇਹ ਖੁਸ਼ ਹੋ ਕੇ ਤੈਨੂੰ ਇਹ ਮੌਕਾ ਦਿੰਦਾ ਹੈ ਕਿ ਤੂੰ ਮੇਰੇ ਨਾਲ ਮਿਲਾਪ ਕਰ ਲੈ। ਤਾਂ ਕੌਡੀ ਕਿਹੜੀ ਹੈ? ਦੁਨੀਆ ਦੀ ਮਾਨ ਵਡਿਆਈ, ਵਿਸ਼ੇ ਬਕਾਰ, ਜਿਤਨੇ ਵੀ ਅਸੀਂ ਇਹ ਦੁਨੀਆ ਦੇ ਧੰਦੇ ਹੈ, ਇਹ ਕੌਡੀਆਂ ਨਾਲ ਤਾਂ ਮੋਹ ਪਾਇਆ ਹੈ। ਤੋ ਜਿਹੜਾ ਬੜੇ ਪੁੰਨਾ ਕਰਕੇ ਸਾਨੂੰ ਪਰਮਾਤਮਾ ਨੇ ਇਨਾਮ ਦਿੱਤਾ ਇਨਸਾਨ ਦਾ ਜਾਮਾ, ਉਹ ਅਸੀਂ ਪਾ ਕੇ ਭੁੱਲੇ ਬੈਠੇ ਹਾਂ, ਉਹਦੀ ਕੋਈ ਕੀਮਤ ਹੀ ਨਹੀਂ। ਅਸੀਂ ਕਹਿੰਦੇ ਹਾਂ ਸ਼ਾਇਦ ਇਹ ਜਗ ਮਿੱਠਾ ਅਗਲਾ ਖੰਡਿਠਾ ਜੀ। ਜਨਮ ਪਦਾਰਥ ਪੁਨ ਫਲ ਪਾਇਆ, ਕੌਡੀ ਬਦਲੇ ਜਾਏ। ਮਧੂਸੂਦਨ ਹਰਿ ਤਾਰ ਪ੍ਰਭ ਕਿਰਪਾ, ਕਰ ਕਿਰਪਾ ਗੁਰੂ ਮਿਲਾਏ। ਅਸੀਂ ਦੁਨੀਆਦਾਰ ਲੋਕ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ, ਕੋਈ ਦੁਨੀਆ ਦਾ ਧਨ ਦੌਲਤ ਮੰਗਣ ਲੱਗਿਆ ਪਿਆ ਹੈ, ਕੋਈ ਬੇਟੇ ਬੇਟੀਆਂ, ਕੋਈ ਉੱਚੇ ਅਹੁਦੇ ਮੰਗਦਾ ਹੈ, ਕੋਈ ਮਾਨ ਵਡਿਆਈ ਮੰਗਦਾ ਹੈ। ਲੇਕਿਨ ਜਿਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ, ਉਹ ਕਹਿੰਦੇ ਕਿ ਹੇ ਪਰਮਾਤਮਾ, ਜੇ ਤੂੰ ਕਿਰਪਾ ਕਰਦਾ ਹੈ ਤਾਂ ਸਾਡਾ ਮਿਲਾਪ ਗੁਰੂ ਦੇ ਨਾਲ ਕਰਾ। ਮੈਂ ਦੱਸਦਾ ਹੁੰਦਾ ਕਿ ਬਚਪਨੇ 'ਚ ਜਦੋਂ ਕਿ ਇਤਨੀ ਪੂਰੀ ਸੁਰਤ ਵੀ ਨਹੀਂ ਸੀ, ਤਾਂ ਮੇਰੇ ਦਿਲ ਅੰਦਰ ਜਦੋਂ ਕਿਤੇ ਬਾਹਰ ਜਾਣਾ ਇਕੱਲੇ ਦੇ ਇਹ ਆਉਣੀ ਕਿ ਉਹ ਕਿਹੇ ਜਿਹੇ ਪ੍ਰੇਮੀ ਸਨ, ਕਿਹੇ ਜਿਹੀਆਂ ਆਤਮਾ ਸਨ, ਜਿਨ੍ਹਾਂ ਨੂੰ ਗੁਰੂ ਨਾਨਕ ਦੇ ਜਾਂ ਗੁਰੂ ਗੋਬਿੰਦ ਸਿੰਘ ਦੇ, ਕਿਉਂਕਿ ਮੈਂ ਸਿੱਖ ਫੈਮਿਲੀ 'ਚ ਪੈਦਾ ਹੋਇਆ ਸੀਗਾ, ਉੱਥੇ 10 ਗੁਰੂਆਂ ਦੀਆਂ ਆਮ ਤੌਰ 'ਤੇ ਘਰ ਦੇ ਅੰਦਰ ਚਰਚਾ ਹੁੰਦੀ ਰਹਿੰਦੀ ਸੀ, ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਉਸ ਗੱਲ ਦੇ ਹੀ ਗੱਲਾਂ ਦੇ ਚਰਚਾ ਦੇ ਅਧੀਨ ਹੀ ਤੁਰੇ ਫਿਰਦਿਆਂ ਦੇ ਇਕੱਲਿਆਂ ਦੇ ਖਿਆਲ ਆਉਣਾ ਵੀ ਉਹ ਕੈਸੇ ਭਾਗਾਂ ਵਾਲੇ ਸਨ, ਜਿਨ੍ਹਾਂ ਨੂੰ ਪੂਰੇ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਮੌਕਾ ਮਿਲਿਆ। ਫਿਰ ਇਹ ਵੀ ਸੁਣਦੇ ਸੀਗੇ ਕਿ ਵੀ ਉਹ ਕਈ ਆਦਮੀ ਗੁਰੂ ਤੋਂ ਬੇਮੁਖ ਹੋਏ। ਫਿਰ ਇਹ ਵੀ ਆਇਆ ਕਿ ਉਹ ਕਿਹੇ ਜਿਹੇ ਬੰਦੇ ਸਨ, ਉਹਨਾਂ ਦੇ ਕਿਹੇ ਜਿਹੇ ਖੋਟੇ ਕਰਮ ਸਨ। ਸੋ ਇਸ ਵਾਸਤੇ ਬਚਪਨੇ ਤੋਂ ਹੀ ਖਿਆਲ ਦਿਲ ਦੇ ਵਿੱਚ ਆਉਂਦਾ ਸੀਗਾ ਕਿ ਸਾਨੂੰ ਵੀ ਕਿਤੇ ਕੋਈ ਗੁਰੂ ਮਿਲ ਜਾਵੇਗਾ, ਕਿਤੇ ਅਸੀਂ ਵੀ ਉਹਨਾਂ ਦੇ ਚਰਨਾਂ 'ਚ ਬੈਠ ਜਾਵਾਂਗੇ। ਤਾਂ ਮਹਾਰਾਜ ਕਿਰਪਾਲ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਸੀ ਕਿ ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ ਕੁਦਰਤ ਦਾ ਅਸੂਲ ਹੈ, ਜ਼ਰੂਰ ਦਿੰਦੀ ਹੈ। ਜੇ ਅਸੀਂ ਫੁਲਕੇ ਵਾਸਤੇ ਪਕਾਰਦੇ ਹਾਂ, ਉਹ ਵੀ ਪਰਮਾਤਮਾ ਇੰਤਜ਼ਾਮ ਕਰਦਾ ਹੈ, ਤੇ ਜੇ ਆਪਾਂ ਉਹਨੂੰ ਮਿਲਣ ਵਾਸਤੇ ਪਕਾਰੀਏ, ਗੁਰੂ ਨੂੰ ਪਕਾਰੀਏ, ਤੇ ਉਹ ਵੀ ਸਾਡੀ ਜ਼ਰੂਰ ਸੁਣਦਾ ਹੈ। ਇਹ ਉਹਨਾਂ ਦੀ ਹੀ ਦਇਆ ਸੀ। ਮੈਂ ਦੱਸਦਾ ਹੁੰਦਾ ਹੈ ਕਿ ਨਾ ਮੈਨੂੰ ਉਹਨਾਂ ਦੀ ਕੋਈ ਵਡਿਆਈ ਕਰਨ ਵਾਲਾ ਮਿਲਿਆ ਤੇ ਨਾ ਉਹਨਾਂ ਦੀ ਕੋਈ ਨਿੰਦਿਆ ਕਰਨ ਵਾਲਾ ਮੇਰੀ ਜ਼ਿੰਦਗੀ 'ਚ ਮਿਲਿਆ। ਇਹ ਹੁਣ ਉਹ ਹੀ ਜਾਣਨ ਕਿ 500 ਕਿਲੋਮੀਟਰ ਕਿਸ ਤਰ੍ਹਾਂ ਆਪਦੇ ਦਇਆ ਲੈ ਕੇ ਉਹ ਆਏ।
ਮੈਨੂੰ ਨਹੀਂ ਪਤਾ ਕਿ ਮੇਰੇ ਨਾਮ ਦਾ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ। ਤੇ ਖੁਦ ਆਪਣੇ ਪ੍ਰੇਮੀ ਉਹਨਾਂ ਨੇ ਭੇਜੇ ਵੀ ਅੱਜ ਘਰੇ ਰਹਿਣ ਤੇ ਮੈਂ ਆਉਣਾ। ਤਾਂ ਮੈਂ ਦੱਸਦਾ ਹੁੰਦਾ ਕਿ ਮੇਰਾ ਜਿਹੜਾ ਦਿਮਾਗ ਸੀ ਬਚਪਨੇ ਤੋਂ ਸਿਰਫ ਗੁਰੂ ਵਾਸਤੇ ਸੀਗਾ, ਬਾਕੀ ਖਾਲੀ ਸੀ। ਤੇ ਮੈਂ ਇਹ ਕਿਹਾ ਕਿ ਮਹਾਰਾਜ ਜੀ ਮੈਨੂੰ ਨਹੀਂ ਪਤਾ ਕਿ ਤੁਹਾਡੇ ਨਾਲ ਕੀ ਗੱਲ ਕਰਾਂ, ਮੇਰਾ ਦਿਲ ਔਰ ਦਿਮਾਗ ਖਾਲੀ ਹੈ। ਮਹਾਰਾਜ ਕਹਿੰਦੇ ਕਿ ਦਿਮਾਗੀ ਕੁਸ਼ਤੀਆਂ ਕਰਨ ਵਾਲੇ ਮੇਰੇ ਪਾਸ ਬਹੁਤ ਪਹਿਲਵਾਨ ਹਨ, ਮੈਂ ਖਾਲੀ ਜਗ੍ਹਾ ਦੇਖ ਕੇ ਆਇਆ ਹਾਂ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਮਧੂਸੂਦਨ ਹਰ ਧਾਰ ਪ੍ਰਭ ਕਿਰਪਾ। हे ਪ੍ਰਮਾਤਮਾ ਤੂੰ ਕਿਰਪਾ ਕਰ। ਅਗਰ ਕਿਰਪਾ ਕਰਦਾ ਤੇ ਮੇਰਾ ਮਿਲਾਪ ਐਸੇ ਗੁਰੂ ਨਾਲ ਜਿਹੜਾ ਦਿਲ ਦੀਆਂ ਜਾਣਦਾ ਹੈ, ਉਹ ਸਭ ਦੀਆਂ ਜਾਣਦਾ ਹੈ, ਲੇਕਿਨ ਅਸੀਂ ਉਹ ਚੀਜ਼ ਨੂੰ ਮੰਗ ਨਹੀਂ ਰਹੇ ਹੁੰਦੇਗੇ। ਜੇ ਉਸੇ ਨੂੰ ਮੰਗੀਏ ਤੇ ਉਹ ਖੁਦ ਆ ਜਾਏਗਾ। ਅਸੀਂ ਦੁਨੀਆ ਦੇ ਉਹ ਖਿਲੌਣਿਆਂ ਦੇ ਤਰਫ ਲੱਗੇ ਹੁੰਦੇ ਆ। ਹਾਂ ਭਾਈ। ਮਧੂਸੂਦਨ ਹਰ ਤਾਰੇ ਪ੍ਰਭ ਕਿਰਪਾ, ਕਰ ਕਿਰਪਾ ਗੁਰੂ ਮਿਲਾਏ। ਜਨ ਨਾਨਕ ਨਿਰਵਾਣ ਪਦ ਪਾਇਆ, ਮਿਲ ਸਾਧੂ ਹਰ ਗੁਣ ਗਾਏ। ਗੁਰੂ ਸਾਹਿਬ ਨੇ ਛੋਟੇ ਜਿਹੇ ਸ਼ਬਦ ਵਿੱਚ ਪਿਆਰ ਨਾਲ ਦੱਸਿਆ ਕਿਸ ਤਰ੍ਹਾਂ ਅਸੀਂ ਜੋ ਮਨ ਸਾਡਾ ਬਾਹਰ ਦੀ ਤਰਫ ਹਿਰਨ ਦੀ ਤਰ੍ਹਾਂ ਜਾਂਦਾ ਹੈ, ਉਹਨੂੰ ਕਿਵੇਂ ਸਿਮਰਨ ਦੇ ਜ਼ਰੀਏ ਅੱਖਾਂ ਦੇ ਪਿੱਛੇ ਲਿਆਉਣਾ ਹੈ, ਕਿਸ ਤਰ੍ਹਾਂ ਅਸੀਂ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਹੈ ਔਰ ਕਿਸ ਤਰ੍ਹਾਂ ਅਸੀਂ ਹਉਮਾ ਤੋਂ ਬਚਣਾ ਹੈ। ਉਹ ਇੱਕੋ ਹੀ ਤਰੀਕਾ ਹੈ, ਸ਼ਬਦ ਨਾਮ ਦੀ ਕਮਾਈ ਹੈ। ਆਪ ਕਹਿਣ ਲੱਗੇ ਜਿਨ੍ਹਾਂ ਨੂੰ ਇਨਸਾਨ ਦਾ ਜਾਮਾ ਪਾ ਕੇ ਐਸਾ ਗੁਰੂ ਨਹੀਂ ਮਿਲਿਆਗਾ, ਉਹਨਾਂ ਦਾ ਦੁਨੀਆ ਦੇ ਉੱਤੇ ਆਉਣ ਦਾ ਉਹ ਪੂਰਾ ਮਕਸਦ ਨਹੀਂ ਹੁੰਦਾਗਾ ਜਿਸ ਵਾਸਤੇ ਪਰਮਾਤਮਾ ਨੇ ਉਹਨਾਂ ਨੂੰ ਸੰਸਾਰ ਵਿੱਚ ਭੇਜਿਆ ਹੈ। ਇਨਸਾਨ ਦਾ ਜਾਮਾ ਬੜੇ ਹੀ ਪੁੰਨਾਂ ਦਾ ਇਨਾਮ ਹੈ ਜੋ ਪਰਮਾਤਮਾ ਦਿੰਦਾ ਹੈ। ਪਰਮਾਤਮਾ ਨੇ ਹਰੇਕ ਦੇ ਅੰਦਰ ਹੀ ਨਾਮ ਦਾ ਖਜ਼ਾਨਾ ਰੱਖਿਆ ਹੈ, ਲੇਕਿਨ ਅਸੀਂ ਉਹ ਅੰਦਰ ਨਾ ਜਾਣ ਕਰਕੇ, ਐਸੇ ਗੁਰੂਆਂ ਦੀ ਚਰਨਾਂ ਵਿੱਚ ਨਾ ਪਹੁੰਚਣ ਕਰਕੇ ਅਸੀਂ ਉਸ ਤੋਂ ਨਾ ਵਾਕਫ ਰਹਿ ਜਾਂਦੇ ਹਾਂ, ਅਸੀਂ ਉਸ ਤੋਂ ਫਾਇਦਾ ਨਹੀਂ ਉਠਾ ਸਕਦੇਗੇ। ਸੋ ਇਸ ਵਾਸਤੇ ਹੁਣ ਆਪ ਕਹਿੰਦੇ ਹੈ ਗੁਰੂਆਂ ਨੂੰ ਮਿਲਣ ਦਾ ਕਿਸ ਤਰ੍ਹਾਂ ਅਸੀਂ, ਮੈਂ ਪਿੱਛੇ ਦੱਸਿਆ ਸੀ ਗੁਰ ਪ੍ਰਸ਼ਾਦੀ ਤਿਰਕੁਟੀ ਛੁਟੈ ਚੌਥੇ ਪਦ ਲਿਬਲਾਈ, ਕਿਸ ਤਰ੍ਹਾਂ ਅਸੀਂ ਗੁਰਾਂ ਦੀ ਕਿਰਪਾ ਦੇ ਨਾਲ ਤਿਰਕੁਟੀ ਤੋਂ ਖਹਿੜਾ ਛਡਾਉਣਾ ਹੈ ਕਿ ਜਦੋਂ ਅਸੀਂ ਉਸ ਜਗ੍ਹਾ ਪਹੁੰਚ ਜਾਂਦੇ ਹਾਂ ਸਾਡੀ ਆਤਮਾ ਜਿਹੜੀ ਹੈ ਇਹ ਮਨ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਇਹਦੀ ਜਿਹੜੀ ਗੱਠ ਬੱਝੀ ਹੈ ਉਹ ਖੁੱਲ ਜਾਂਦੀ ਹੈ। ਸੋ ਇਸ ਵਾਸਤੇ ਆਪ ਕਹਿਣ ਲੱਗੇ ਜਦੋਂ ਅਸੀਂ 10ਵੇਂ ਦੁਆਰ ਵਿੱਚ ਪਹੁੰਚ ਜਾਂਦੇ ਹਾਂ, ਸ਼ਬਦ ਦਾ ਨੂਰ, ਗੁਰੂ ਦਾ ਨੂਰ ਦੇਖਦੇ ਹਾਂ, ਜਿਸ ਨੂੰ ਮੈਂ ਸ਼ੁਰੂ ਹੀ ਦੱਸਿਆ ਸੀ ਕਿ ਸੰਤ ਦੁਆਲੀ ਨਿਤ ਕਰੇ ਸਤ ਲੋਕ ਕੇ ਮਾਹੇ ਔਰ ਮਤੇ ਸਭ ਕਾਲ ਕੇ ਯੂੰ ਹੀ ਧੂੜ ਅਡਾਏ। ਸਵਾਮੀ ਜੀ ਮਹਾਰਾਜ ਕਹਿੰਦੇ ਜਿਹੜੇ ਉੱਥੇ ਪਹੁੰਚਦੇ ਆ ਉਹ ਦੁਆਲੀ ਨਿਤ ਕਰਦੇ ਆ। ਜਿਹੜੀ ਬਾਹਰ ਅਸੀਂ ਦੁਆਲੀ ਦੇਖਦੇ ਹਾਂ ਇਹ ਇੱਕ ਰਿਖੀਆਂ ਮੁਨੀਆਂ ਨੇ ਸਾਨੂੰ ਸਮਝਾਉਣ ਵਾਸਤੇ ਦੱਸਿਆ, ਇਹਦੇ ਪਿੱਛੇ ਬੜਾ ਰੂਹਾਨੀਅਤ ਦਾ ਰਹਿਸ ਛੁਪਿਆ ਹੋਇਆ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਨਿਰਵਾਣ ਪਦ ਕਿ ਜਿੱਥੇ ਜਾ ਕੇ ਸਾਡੀਆਂ ਸਾਰੀਆਂ ਆਸ਼ਾ ਮਨਸਾ ਸੁੰਨ ਹੋ ਜਾਂਦੀਆਂ ਹਨ। ਇਹ ਨਹੀਂ ਨਿਰਵਾਣ ਆਮ ਤੌਰ ਦੇ ਉੱਤੇ ਘਰ-ਬਾਰ ਛੱਡ ਕੇ ਲੀੜੇ ਜਿਸਮ ਤੋਂ ਲਾ ਕੇ ਲੋਕ ਨਿਰਵਾਣਾ ਦਾ ਪੰਥ ਵੀ ਹੈ। ਸੋ ਆਪ ਕਹਿੰਦੇ ਮੈਂ ਉਹ ਨਿਰਵਾਣ ਨਹੀਂ ਕਹਿੰਦਾ ਵੀ ਪੁੱਤਰ ਧੀਆਂ ਛੱਡ ਦਿੱਤੇ, ਆਪਦੇ ਘਰ ਦੀ ਕਮਾਈ ਛੱਡ ਦਿੱਤੀ, ਲੋਕਾਂ ਅੱਗੇ ਹੱਥ ਫੈਲਾਉਂਦੇ ਫਿਰੇ। ਸੋ ਕਹਿੰਦੇ ਨਹੀਂ, ਜਦੋਂ ਆਤਮਾ ਤੋਂ ਅਸਤੂਲ ਸੂਖਸ਼ਮ ਤਿੰਨੇ ਪਰਦੇ ਲਾ ਕੇ ਬ੍ਰਹਮ ਪਾਰ ਬ੍ਰਹਮ ਉਦੋਂ ਅੱਗੇ ਪਹੁੰਚ ਗਿਆ 10ਵੇਂ ਦੁਆਰ ਦੇ ਵਿੱਚ, ਉੱਥੇ ਜਾ ਕੇ ਜਿਤਨੀਆਂ ਵੀ ਸਾਡੀਆਂ ਆਤਮਾ ਦੇ ਉੱਤੇ ਪੜਦੇ ਹੋ ਲੈ ਜਾਂਦੇ ਹੈ ਨਿਰਵਾਣ ਪਦ, ਜਨ ਸਾਧੂ ਹਰ ਗੁਣ ਗਾਈਐ, ਉੱਥੇ ਸਾਡੀ ਲੇਵੋ ਪਰਮਾਤਮਾ ਨਾਲ ਲੱਗ ਜਾਂਦੀ ਹੈ। ਸੁੱਤੇ ਜਾਗਦੇ ਗੁਣ ਕਿਹੜੇ ਹੈ? ਗੁਣ ਗੋਬਿੰਦ ਸ਼ਬਦ ਸੁਣਾਵਣਿਆ। ਜਦੋਂ ਸਾਡਾ ਖਿਆਲ ਉਸ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਉਸ ਨੂੰ ਮਹਾਤਮਾ ਨੇ ਕਿਹਾ ਹਰ ਗੁਣ ਗਾਉਣੇ। ਸੋ ਇਸ ਵਾਸਤੇ ਜੋ ਸਾਡੇ ਅੰਦਰ ਸ਼ਬਦ ਪ੍ਰਗਟ ਹੋ ਜਾਂਦਾ ਹੈ, ਸਾਡਾ ਵੀ ਜਿਹੜਾ ਖਿਆਲ ਹੈ ਦੁਨੀਆ ਚੋਂ ਨਿਕਲ ਜਾਂਦਾ ਹੈ, ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਸਾਡੀ ਆਤਮਾ ਉਸ ਜਗ੍ਹਾ ਪਹੁੰਚ ਜਾਂਦੀ ਹੈ ਜਿੱਥੋਂ ਆਵਾਜ਼ ਉਹ ਸ਼ਬਦ ਆ ਰਿਹਾ ਹੈ।
ਸੋ ਸਾਨੂੰ ਵੀ ਚਾਹੀਦਾ ਹੈ, ਗੁਰੂ ਰਾਮਦਾਸ ਜੀ ਮਹਾਰਾਜ ਨੇ ਜੋ ਪਿਆਰ ਨਾਲ ਸਮਝਾਇਆ ਹੈ ਕਿ ਸ਼ਬਦ ਨਾਮ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਅਸੀਂ ਪਵਿੱਤਰ ਬਣਾਈਏ। ਜੋ ਮੌਕਾ ਮਿਲਿਆ ਹੈ ਇਸ ਤੋਂ ਪੂਰਾ ਫਾਇਦਾ ਉਠਾਈਏ।